फोना दे प्लीज़ ज़रा चलते हुए प्रेस कॉन्फ्रेंस प्लीज़ फोन ना तो घंटी वजे ना तुसी ਉਹਦੇ ਵਿੱਚ बोलना शुरू करो महाराज जी प्लीज़ ओके जी बबू जी प्लीज़ कैन यू स्टार्ट साथियों सारे मेरे वीरों सत श्री अकाल वाहिगुरू जी का खालसा वाहिगुरू जी की फतेह। सवाल तो अपने थोड़े उही सवाल हैं उही साडे जवाब हैं। आपां सारे इस जिहड़ी इस नामी छड्डी इन्होंने दिल्ली वाले ने ਉਹਦੇ सारे लगे हुए हैं अपने अपने तरीके नाल सारे योगदान पा रहे हैं। ਤੁਹਾਡੇ ਅੱਜ ਮੀਟਿੰਗ ਹੋਈ ਹੈ ਕਿਸਾਨਾਂ ਦੇ ਨਾਲ ਜੀ ਕਲਾਕਾਰਾਂ ਦੀ ਕੀ ਵਿਚਾਰ ਮੁਤਾਬਕ ਵਿਚਾਰ ਬਹੁਤ ਅੱਛੇ ਸੀ ਸਾਰਿਆਂ ਦੇ। ਇੱਕ ਤਾਂ ਕੀ ਹੈ ਨਾ ਜਦੋਂ ਆਪਾਂ ਅੰਦੋਲਨ ਸ਼ੁਰੂ ਹੁੰਦਾ ਉਹਦੀ ਰੂਪਰੇਖਾ ਹੋਰ ਤਰ੍ਹਾਂ ਹੁੰਦੀ ਹੈ ਤੇ ਰਫਤਾ ਹੋਰ ਤਰ੍ਹਾਂ ਬਣ ਜਾਂਦੀ ਹੈ ਔਰ ਹੌਲੀ ਹੌਲੀ ਤੁਸੀਂ ਇੱਕ ਦੂਜੇ ਤੋਂ ਜਾਣੂ ਹੋ ਜਾਂਦੇ ਹੋ। ਸ਼ੁਰੂਆਤੀ ਦੌਰ 'ਚ ਜਿੱਦਾਂ ਜਦੋਂ ਪਹਿਲਾਂ ਆਪਣਾ ਸ਼ੁਰੂ ਹੋਇਆ ਅੰਦੋਲਨ ਉਦੋਂ ਪ੍ਰੈਸ ਵਾਲਿਆਂ ਦਾ ਵੀ ਕਈ ਵਾਰੀ ਤਾਲਮੇਲ ਨਹੀਂ ਸੀ ਬਣਦਾ। ਕੁਝ ਵਿਚਾਰ ਹੌਲੀ ਹੌਲੀ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਨਹੀਂ, ਇਹ ਤਾਂ ਸਾਰਿਆਂ ਦੇ ਢਿੱਡ ਦਾ ਸਵਾਲ ਹੈ। ਇਹ ਗੁਰਬਤ ਨਾਲ ਘੁਲਣ ਵਾਲੇ ਜਿਹੜੇ ਮੀਡੀਅਮ ਕਲਾਸ ਹੋ ਗਈ ਆ, ਜਿਹੜੇ ਆਮ ਅਸੀਂ ਪਿੰਡਾਂ ਵਾਲੇ ਤੋਂ ਅਸੀਂ ਆਪਣੇ ਆਪ ਨੂੰ ਮੀਡੀਅਮ ਵੀ ਨਹੀਂ ਮੰਨਦੇ ਹੁਣ ਜਿਸ ਤਰ੍ਹਾਂ ਨਾਲ ਸ਼ੋਸ਼ਣ ਹੋ ਰਿਹਾ ਨਾ। ਪਹਿਲਾਂ ਤਾਂ ਟੈਕਸਾਂ ਨੇ ਲਹੂ ਪੀਤਾ ਹੈ। ਜੇ ਕਿਸਾਨ ਟੈਕਸ ਜਾਂ ਮਜ਼ਦੂਰ ਨਹੀਂ ਵੀ ਦਿੰਦਾ, ਮੰਨ ਲਓ ਉਹਦੀ ਇਨਕਮ ਥੋੜੀ ਹੈ ਪਰ ਉਹ ਹਰ ਚੀਜ਼ ਤੇ ਦੇ ਰਿਹਾ ਟੈਕਸ, ਸਾਬਣ ਤੇ ਪੈਟਰੋਲ ਤੇ ਡੀਜ਼ਲ ਤੇ ਹੈ ਨਾ। ਸੋ ਹੌਲੀ ਹੌਲੀ ਆਪਾਂ ਸਾਰੇ ਇਸ ਤਰ੍ਹਾਂ ਜੁੜ ਗਏ ਵੀ ਹੁਣ ਇੱਕ ਜਿਹੜੇ ਅਲਾਰ ਕਿਸਮ ਦੇ ਲੋਕ ਸੀ ਸ਼ੁਰੂਆਤੀ ਦੌਰ 'ਚ ਉਹਨਾਂ ਨੇ ਬਹੁਤ ਘੜਮੱਸ ਵੀ ਪਾਇਆ। ਹੌਲੀ ਹੌਲੀ ਹੁਣ ਉਹੀ ਰਹਿ ਗਏ ਜਿਹੜੇ ਇਹਨੂੰ ਸਮਰਪਿਤ ਹੈ। ਜਿਹੜੇ ਗੇੜੇ ਗੂੜੇ ਟਰੈਕਟਰ ਤੇ ਕੱਢ ਜਾਣਾ ਕਿਸੇ ਨੇ ਡੈਕ ਲਾ ਲਿਆ, ਉਹ ਬੱਚੇ ਹੌਲੀ ਹੌਲੀ ਬਹਿ ਗਏ ਕਿਉਂਕਿ ਉਹਨਾਂ ਦੀ એનર્ਜੀ ਖਤਮ ਹੋ ਗਈ। ਮੈਨੂੰ ਲੱਗਦਾ ਹੁਣ ਨਿਤਰਕ ਇਹ ਹੋ ਗਿਆ ਕਿ ਹੁਣ ਜਿੰਨੇ ਕੁ ਵੀ ਤੁਸੀਂ ਪ੍ਰੈਸ ਵਾਲੇ ਇਹਨੂੰ ਦਿੰਦੇ ਹੋ ਅੰਦੋਲਨ ਨੂੰ, ਆਮ ਤੌਰ ਤੇ ਮੈਂ ਦੇਖਦਾ ਪੰਜਾਬ 'ਚ ਦੇਖੋ ਕੀ ਹੋ ਗਿਆ, ਜਿਹਨੂੰ ਪ੍ਰੈਸ ਮੰਨਦੇ ਸੀ ਪਹਿਲਾਂ ਨੈਸ਼ਨਲ ਮੀਡੀਆ, ਉਹ ਤਾਂ ਖਿਲਾਫ ਹੈ ਸਾਡੇ, ਹੈ ਨਾ, ਤੁਹਾਡੇ ਜਾਂ ਸਾਡੇ। ਹੁਣ ਰਹਿ ਕੇ ਤੁਸੀਂ, ਤੁਹਾਡੇ ਤੋਂ ਹੁਣ ਇਹ ਆਸ ਹੈ ਕਿ ਆਪਾਂ ਇੱਕ ਦੂਜੇ ਦੀ ਗੱਲ ਅੱਗੇ ਪਹੁੰਚਾਉਂਦੇ ਜਾਈਏ। ਬਸ ਅਸੀਂ ਆਪਣੀ ਦੱਸਦੇ ਜਾਈਏ, ਤੁਸੀਂ ਅੱਗੇ ਉਹਨੂੰ ਪਹੁੰਚਾਉਂਦੇ ਜਾਓ। ਤੇ ਮੈਨੂੰ ਲੱਗਦਾ ਹੁਣ ਤਾਲਮੇਲ ਬਹੁਤ ਅੱਛਾ ਬਣ ਗਿਆ। ਪਰਮਾਤਮਾ ਕਰੇ ਕਿ ਜਿੱਤਾਂਗੇ ਤਾਂ ਸਹੀ, ਆਪਾਂ ਅਗਲੀਆਂ ਰਣਨੀਤੀਆਂ ਤੈਅ ਕਰੀਏ ਹੋਰ ਕੀ ਕਰ ਸਕਦੇ ਹਾਂ, ਕਿਉਂਕਿ ਇਹ ਵੋਟਾਂ ਦਾ ਵੀ ਮਸਲਾ ਆਉਣਾ ਭਵਿੱਖ 'ਚ। ਇਹ ਤਾਂ ਇੱਥੇ ਹੈ ਨਾ। ਮੇਰਾ ਇੱਕ ਦੋਸਤ ਪ੍ਰੋਫੈਸਰ ਹੈ, ਮੈਂ ਉਹਨੂੰ ਇੱਕ ਦਿਨ ਵੈਸੇ ਹੀ ਫੋਨ ਕਰਿਆ, ਮੈਂ ਕਿਹਾ ਵੀ ਤੁਹਾਡੇ ਕਾਲਜ 'ਚ ਕੀ ਚਰਚਾ ਚੱਲਦੀ ਹੈ ਸੱਤ 'ਚ? ਉਹ ਕਹਿੰਦਾ ਵੀ ਇਹ ਚੱਲਦੀ ਹੈ ਪੰਜਾਬ ਚੀਫ ਮਿਨਿਸਟਰ ਕੌਣ ਬਣੂਗਾ। ਤਾਂ ਮੈਨੂੰ ਇਸ ਗੱਲ ਨੇ ਪਰੇਸ਼ਾਨ ਕਰਿਆ। ਫਿਰ ਅਸੀਂ ਇਹਨਾਂ ਨੂੰ ਸੁਨੇਹਾ ਲਾਇਆ ਵੀ ਇਹਨੂੰ ਹੰਬੜਾ ਮਾਰਨਾ ਪੈਣਾ, ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਚਾਹੀਦੀ। ਇੱਦਾਂ ਸਾਡੇ ਚੇਤੇ 'ਚ ਕਿੱਦਾਂ ਸਿਆਸਤ ਆ ਗਈ, ਅਸੀਂ ਤਾਂ ਰੋਟੀ ਲਈ ਦਰਸਣਾ। ਸੋ ਮੈਨੂੰ ਇਹ ਲੱਗਿਆ ਵੀ ਬੜਾ ਅਜੀਬ। ਔਰ ਜੇ ਮੈਂ ਉਹਨੂੰ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਆਪ ਕਿਉਂ ਨਹੀਂ ਇਸ ਬਹਿਸ 'ਚ ਬੈਠਦੇ ਕਿ ਜਿਹੜੇ ਹੁਣ ਤੱਕ ਪਿਛਲੇ 47 ਤੋਂ ਬਣਦੇ ਆ ਉਹਨਾਂ ਨੇ ਵੀ ਕਿੰਨਾ ਕੁਝ ਦੇ ਦਿੱਤਾ, ਔਰ ਜੇ ਦਿੱਤਾ ਵੀ ਹੈ ਤਾਂ ਕੈਸੀ ਕਮਾਲ ਹੈ। ਮੇਰੇ ਪਿੰਡ ਪਹਿਲਾਂ ਇੱਟਾਂ ਲੱਗੀਆਂ, ਪੱਕੀ ਬਣ ਗਈ, ਫਿਰ ਥੋੜਾ ਚਿਰ ਬਾਅਦ ਬਜਰੀ ਪਾਤੀ, ਫਿਰ ਬਜਰੀ ਦੇ ਉੱਪਰ ਟਾਈਲਾਂ ਲਾਤੀਆਂ। ਮੈਨੂੰ ਦੱਸੋ ਕਿ ਪਹਿਲੇ ਟਾਈਲਾਂ ਲਾਉਂਦੇ, ਟਾਈਲਾਂ ਦਾ ਉਦੋਂ ਇਹ ਕਿਹੜੇ ਹੁਣੇ ਖੋਜੀਆਂ ਟਾਈਲਾਂ ਵੀ ਹੁਣੇ ਬਣੀਆਂ, ਇਹ ਤਾਂ ਬਹੁਤ ਦੇਰ ਤੋਂ ਬਣੀਆਂ ਹੋਈਆਂ। ਸੋ ਇਹ ਸਾਰੀਆਂ ਚੀਜ਼ਾਂ ਭਾਰ ਕਿਹਦੇ ਤੇ ਪੈ ਰਿਹਾ? ਸਾਡੇ ਤੇ, ਹੈ ਨਾ। ਆਪਾਂ ਨੂੰ ਇੱਕ ਚੀਜ਼ ਵਿਚਾਰ ਨਹੀਂ ਪੈ ਰਹੀ। ਹੁਣ ਆਪਣੇ ਕੋਲ ਇਹ ਵਕਤ ਨਹੀਂ ਵੀ ਮੈਂ ਤੁਹਾਨੂੰ ਮਾੜਾ ਕਹਾਂ ਤੁਸੀਂ ਮੈਨੂੰ ਨਿੰਦੋ, ਬਸ਼ਰਤੇ ਆਪਾਂ ਲੋਕ ਹੱਕਾਂ ਲਈ ਜੂਝੀਏ। ਆਪਣੇ ਲਈ ਤਾਂ ਸਾਰੇ ਕਰਦੇ ਸੋਚਦੇ ਆ, ਸਵਾਦ ਤਾਂ ਹੈ ਜੇ ਆਪਾਂ ਦੁਨੀਆ ਲਈ ਸੋਚੀਏ। नहीं घटिया तुसी दूजे लोट देखते हो। अपना अंदोलन चल रहा साल तो मान लो, है ना, हो सकता साल होर चल जाए। साडा किसी चीज ते असी इन्हां बिलां नाल सहमत नहीं। असी आके एक जगह ते सारे सलाह करके बैठ गए। और साडी इत्थे ट्रालियां या पक्कियां जिहड़ियां साडियां सड़कड़े दियां असी चौपड़ियां बना लिया अपने। हुण जरूरी नहीं कि हर चौपड़ी 100 बंदा रहे। जे कोई भीड़ पैंदी है, जे आपां नूं लगदा कि नहीं धक्का हो रहा, फिर सारिਆਂ ਦਾ आउणा जरूरी है। तुसीं इस चीज़ की चिंता ना करो। ये जरूरी नहीं कि हर जगह 100 बंदे। देखो आपां किते मेला लाउण थोड़ी आए उरे, सारे नाल है, सारे समर्पित है। ये तुसीं मन के चलो। नौजवान भी नाल है जो पंजाब च रोक रहे हैं लीडरां नूं। नहीं जो पंजाब च रोक रहे हो भी तो जुड़ी है अंदोलन। देखो एक तजीरी लगती है यार,
ਉਹ ਦੇਖੋ ਬਜ਼ੁਰਗਾਂ ਨੇ ਤਾਂ ਆਮ ਤੌਰ ਤੇ ਜਦੋਂ ਖੇਤੀ ਕਰਦੇ ਆਪਾਂ ਬਜ਼ੁਰਗ ਫਿਰ ਟਰੈਕਟਰ ਤੇ ਨਹੀਂ ਬਹੁਤ ਚੜ੍ਹਦੇ, ਚਾਹ ਪਾਣੀ ਤੇ ਉਹਨਾਂ ਨੇ ਗੇੜਾ ਰੱਖਣਾ ਹੁੰਦਾ। ਤਾਂ ਨੌਜਵਾਨ ਇਸ 'ਚ ਵੀ ਉਲਝੇ ਹੋਏ ਆ। ਆਪਣੀ ਇਹ ਵੀ ਤਾਂ ਮਜਬੂਰੀ, ਆਪਾਂ ਫਸਲ ਵੀ ਬੀਜਣੀ ਹੈ। ਤੁਸੀਂ ਦੇਖੋ ਖੜ ਜਾਓ 10 ਦਿਨ ਆਬੂਜਾ ਪੈ ਗਿਆ, ਜੀਰੀ ਨੂੰ ਦਰੇਰੂ ਪੈ ਗਿਆ, ਆਉਣ ਲੱਗ ਜਾਣਾ ਆਮਦ ਹੋ ਗਿਆ। ਔਰ ਤੁਸੀਂ 10-15 ਦਿਨ ਚੇਂਜ ਦੇਖੋ। ਅੱਜ ਹੀ ਵੇਖੋ ਆਪਾਂ ਇਹ ਮੰਨ ਕੇ ਚੱਲੀਏ ਇਹ ਕੋਈ ਘਾਬਰਨ ਦੀ ਲੋੜ ਨਹੀਂ। ਇਹ ਬਹੁਤ ਬੰਦਿਆਂ ਦੇ ਸਵਾਲ ਸੀ ਤੁਹਾਡੇ ਨੂੰ, ਮੇਰੇ ਪਿੰਡ ਵੀ ਗਿਆ ਬਾਈ ਹੁਣ ਰੌਣਕ ਨਹੀਂ ਰਹੀ। ਮੈਂ ਕਿਹਾ ਆਪਾਂ ਮੇਲੇ ਤੇ ਥੋੜੀ ਜਾਂਦੇ, ਕੋਈ ਨਹੀਂ, ਰੌਣਕ ਫੇਰ ਹੋ ਜੂ। ਜੇ ਸਾਨੂੰ ਕੋਈ ਸਟੇਟ ਕਹੂਗੀ ਕਿ ਐ ਨਹੀਂ ਕਰਨਾ, ਫਿਰ ਅਸੀਂ ਇਕੱਠੇ ਹੋ ਜਾਵਾਂਗੇ। ਪੰਜਾਬੀ ਤਾਂ ਹਰ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆ, ਅਸੀਂ ਵੀ ਸੈਲੀਬ੍ਰੇਟ ਕੀਤਾ ਬਥੇਰਾ ਪੰਜਾਬੀਆਂ ਨੇ। ਹੁਣ ਇਹ ਗੱਲ ਪੰਜਾਬ ਦੀ ਨਹੀਂ ਰਹੀ ਇਕੱਲੇ ਦੀ, ਹੁਣ ਇਹ ਪੂਰੇ ਭਾਰਤ ਦੀ ਬਣ ਗਈ। ਔਰ ਜ਼ਰੂਰੀ ਨਹੀਂ ਕਿ ਤਾਮਿਲਨਾਡੂ ਵਾਲਾ ਇੱਥੇ ਆਵੇ, ਜੇ ਉਹ ਉੱਥੇ ਹਾਂ ਦਾ ਨਾਰਾ ਵੀ ਮਾਰ ਦਿੰਦਾ। ਦੇਖੋ ਸਾਡੇ ਤਾਂ ਬਾਬਿਆਂ ਨੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਸਾਡੀ ਤਾਂ ਕੌਮ ਨੇ ਉਹਨਾਂ ਨੂੰ ਸਿਰ ਮੱਥੇ ਤੇ ਬਿਠਾ ਲਿਆ ਹੈ ਨਾ। तो इस करके कोई नहीं जो केरला तो भी बोल रहा है। जिस तरह से केंद्रीय मंत्री कह रहे हैं कि हम वापस नहीं लेंगे, कानून वापस नहीं लेंगे, हम सब बातचीत को तैयार हैं। लगातार एक सवाल ਇਹਦਾ ਜਵਾਬ ਜਿਹੜਾ ਇਹ ਮਿਲਦੇ ਆ ਬਾਬਾ जी इधर देंगे। देखिए ये जो मंत्री शुरू से जब से हम आंदोलन में हैं, शुरू से कभी कहते थे जी कुछ नहीं कर सकते, हम आपको समझाएंगे पहली बैठक में, फिर कहने लगे कि इसमें कुछ संशोधन कर लो, फिर कहने लगे कि इसको 1.5 साल या इससे ज़्यादा हम अभी इम्प्लीमेंट नहीं करते, हम सुप्रीम कोर्ट में जाके लिख के दे देंगे। सो ये तो हम उनको आगे बढ़ाते रहे, लेकिन हमने शुरू से ये रखा है कि इन 3 कानून को रिपील करो, MSP 50% की गारंटी करो लीगल, और प्रोक्योरमेंट की गारंटी करो। 2 बड़े इशू को लेकर हम उनके पास उठाते रहे हैं, आज भी वहीं खड़े हैं वो। लेकिन आज उनके खड़े रहने से आप देखो बीजेपी के अंदर एक घमासान शुरू हुआ है, ये आगे किधर जाएगा ये 2022 पता। और पता क्या है इसी में चीज है कि वो क्या कर रहे हैं हमने वो नहीं देखना, हम क्या कर रहे हैं ये सबसे जरूरी। मतलब युवाओं की भागीदारी लगातार जो बॉर्डर्स हैं दिल्ली के नजदीक वहाँ पर कम होती हुई नजर आ रही है, उसको बढ़ावा देने के ये लिए मैंने पहले पंजाबी में जवाब दिया, आपने समझा नहीं। पंजाबी और हिंदी बहुत पास पास ही है। मैं फिर समझा देता हूँ कि धान का वक्त है, अभी बहुत लोग खेतों में काम में जुटे हैं, थोड़ी दिनों में खत्म हो जाएगा तो सब लोग वापस आ जाएंगे। ਮਾਨ ਸਾਹਿਬ ਤੁਸੀਂ ਆਪਣੇ ਸੰਬੋਧਨ 'ਚ ਕਿਹਾ ਕਿ ਕਲਾਕਾਰਾਂ ਨੂੰ ਪਿਛਲੇ ਟਾਈਮ 'ਚ ਥੋੜਾ ਘੱਟ ਆਂਕਿਆ ਗਿਆ। ਤੂੰ ਸਵਾਦ ਨਾ ਲੈ, ਕੋਈ ਚਾਹੀਦਾ ਸਵਾਲ ਪੁੱਛ, ਮੇਰੇ ਨਾਲ ਦੇ ਪਿੰਡ ਦਾ ਮੈਂ ਡੱਕ ਲੈਣਾ ਉੱਥੇ। एक सवाल है बहुत उठा कि किसान जथेबंदियां राजनीति ਦੇ ਵਿੱਚ ਆਉਂਦੀਆਂ ਜਾਂ ਨਹੀਂ ਆਉਂਦੀਆਂ, ਇਹ ਸਵਾਲ ਕਾਫੀ ਉੱਠਿਆ ਜੀ। ਤੁਹਾਨੂੰ ਕੀ ਲੱਗਦਾ ਕਿ ਕਾਪੀਰਾਈਟ ਸਿਰਫ ਉਹਨਾਂ ਪਾਰਟੀਆਂ ਦਾ ਹੀ ਹੈਗਾ ਜਿਹੜੀਆਂ ਆਲਰੇਡੀ ਚੱਲ ਰਹੀਆਂ, ਜਾਂ ਫਿਰ ਕਿਸਾਨ ਵੀ ਰਾਜਨੀਤੀ ਦੇ ਵਿੱਚ ਆ ਸਕਦੇ ਹੋਣਾ ਚਾਹੀਦਾ? किसाना का जवाब किसान ਜਵਾਨ ਆ ਮਾਈਕ ਹਿੱਲਦਾ ਥੋੜਾ ਜਿਹਾ। ਜਿਹੜੇ ਵੀ ਜਵਾਨ ਮੁੰਡੇ ਆ ਨਾ, ਇਹ ਸਵਾਲ ਸਭ ਦੇ ਜ਼ਿਹਨ 'ਚ ਜਿਹੜਾ ਤੁਸੀਂ ਮੈਨੂੰ ਪੁੱਛਿਆ, ਮੇਰੇ ਵੀ ਆ, ਮੈਂ ਵੀ ਅਮਤੋਜ ਨਾਲ ਸੀ ਵੀ, ਪਰ ਇਹ ਆਪਣੀ ਅਜੇ ਅੰਦਰ ਦੀ ਗੱਲ ਹੈ। ਕਿਉਂਕਿ ਆਪਾਂ ਹੁਣ ਜਥੇਬੰਦੀਆਂ ਨੂੰ ਜਿਹੜੇ ਬਜ਼ੁਰਗਾਂ ਨੂੰ ਕਹਿਤਾ ਵੀ ਤੁਸੀਂ ਅੱਗੇ ਕਰੋ, ਹੁਣ ਜੇ ਆਪਾਂ ਇਹ ਜਵਾਬ ਦੇਵਾਂਗੇ ਤਾਂ ਅੱਛਾ ਨਹੀਂ ਲੱਗਾਂਗੇ। ਇਹ ਤੁਸੀਂ ਨਿੱਜੀ ਤੌਰ ਤੇ ਸਮਝਦੇ ਹੋ? ਮੇਰਾ ਨਿੱਜੀ ਵਿਚਾਰ ਆਪਾਂ ਫਿਰ ਇਕੱਲੇ ਕਰਾਂਗੇ। ਜਦੋਂ ਹੁਣ ਆਪਾਂ ਸੰਯੁਕਤ ਮੋਰਚੇ ਦੀ ਗੱਲ ਕਰਾਂਗੇ ਤਾਂ ਮੈਂ ਆਪਣਾ ਨਿੱਜੀ ਵਿਚਾਰ ਨਾ ਦੇਵਾਂ, ਹੈ ਨਾ। ਕਿਉਂਕਿ ਡਰਦੇ ਕਿ ਜਥੇਬੰਦੀਆਂ ਨੂੰ ਪੁੱਛਿਆ ਜਾਂਦਾ ਤਾਂ ਉਹ ਡਰ ਕੇ ਸਵਾਲ ਨਹੀਂ ਡਰਦੇ ਨਹੀਂ, ਇਹ ਸਿਆਣੇ फिक्रमंद ਉਹ ਫਿਕਰਮੰਦ ਹੈ, ਉਹ ਮੈਚਿਓਰ ਹੈ। ਦੇਖੋ ਮੰਨ ਲਓ ਕਿਸੇ ਜਥੇਬੰਦੀ ਦੇ ਜ਼ਿਹਨ 'ਚ ਆ ਗਿਆ, ਕਿਸੇ ਬਾਪੂ ਨੇ ਕਹਿਤਾ ਵੀ ਹਾਂ ਸੋਚ ਸਕਦੇ ਆ ਸੀ। ਹੁਣ ਤੁਸੀਂ ਦੇਖੋ ਨੈਸ਼ਨਲ ਮੀਡੀਆ ਕੀ ਕਰੂਗਾ, ਉਹਨਾਂ ਨੇ ਕਹਿਣਾ ਇਹ ਤਾਂ ਅੰਦੋਲਨ ਇਸ ਕਰਕੇ ਸ਼ੁਰੂ ਕਰਿਆ ਇਹਨਾਂ ਨੇ, ਤਾਂ ਵੋਟਾਂ 'ਚ ਖੜਨਾ ਚਾਹੁੰਦੇ ਸੀ। ਆਪਾਂ ਨੂੰ ਦੇਖੋ ਆਪਾਂ ਡਿਫੈਂਸ ਤੇ ਖੜੇ ਆ, ਆਪਣੇ ਕਿਸਾਨਾਂ ਨਾਲ ਸਿਰਫ ਤੁਸੀਂ ਹੋ ਜਿਹੜੇ ਖੜੇ ਹੋ, ਬਸ ਪ੍ਰੈਸ ਨਾਲ ਜੁੜੇ ਹੋਏ। ਕੋਈ YouTube ਚੈਨਲ ਹੈ ਜਾਂ ਵੱਡਾ ਚੈਨਲ ਹੈ, ਤੁਸੀਂ ਹੋਰ ਤਾਂ ਕੋਈ ਹੈ ਹੀ ਨਹੀਂ ਆਪਣਾ। ਦੱਸੋ ਕਿਹੜਾ ਕੈਮਰਾ ਜਿਹੜੇ ਸਾਰਾ ਦਿਨ ਚੈਨਲ ਤੇ ਚੀਕਾਂ ਮਾਰ ਮੇਜ਼ ਤੇ ਹੱਥ ਮਾਰ ਗਿੱਧਾ ਪਾਉਂਦੇ ਆ, ਉਹਨਾਂ 'ਚੋਂ ਕਿਹੜਾ ਆਪਣੇ ਨਾਲ। ਸੋ ਆਪਾਂ ਨੂੰ ਤਾਂ ਹਰ ਸਵਾਲ ਦਾ ਜਵਾਬ ਤੁਹਾਨੂੰ ਵੀ ਪੁੱਛਣਾ ਪਊਗਾ ਸੰਕੋਚ ਨਾਲ, ਤਾਂ ਕਿ ਸਾਡੀ ਕਿਸੇ ਗੱਲ ਨੂੰ ਕੋਈ ਤੂਲ ਨਾ ਦੇ ਸਕੇ। ਦੇਖੋ ਆਪਾਂ ਸਮਰਪਿਤ ਹਾਂ, ਅੱਜ ਵੀ ਕੱਲ ਵੀ ਤੇ ਰਵਾਂਗੇ। ਇਹ ਜਿੰਨਾ ਮਰਜ਼ੀ ਲੰਬਾ ਅੰਦੋਲਨ ਚੱਲੇ, ਕੋਈ ਨਹੀਂ। ਤੁਸੀਂ ਕਿਹਾ ਕਿ ਸਿਆਸਤ ਆ ਜਿਹੜੀ ਕਿ ਦਿਮਾਗ 'ਚ ਵੜ ਗਈ ਕਿ ਮੁੱਖ ਮੰਤਰੀ ਪੰਜਾਬ ਦਾ ਕੌਣ? ਬੱਚੇ ਨਹੀਂ ਕੁਝ ਜਿਹਦਾ ਇੱਕ ਕਾਲਜ ਦੀ, ਮੈਂ ਦੇਖੋ ਮੈਨੂੰ ਇਹ ਨਹੀਂ ਪਤਾ ਸਾਰੇ ਦਾ, ਇੱਕ ਕਾਲਜ ਦੀ ਮੈਂ ਕਿ ਤੁਹਾਡੇ ਕਾਲਜ 'ਚ ਕੀ ਗੱਲ ਹੁੰਦੀ ਹੈ। ਮੇਰਾ ਸਵਾਲ ਲੈ ਲਿਓ। ਮੇਰਾ ਸਵਾਲ ਇਹ ਹੈ ਕਿ ਜਿਹੜਾ ਹੁਣ ਇੱਥੇ ਅੰਦੋਲਨ 'ਚ ਗੱਲਬਾਤ ਹੋ ਰਹੀ ਹੈ, ਚਾਹੇ ਬੀਜੇਪੀ ਦਾ ਬਾਈਕਾਟ ਕਰਨ ਦੀ ਗੱਲ ਹੋ ਰਹੀ ਹੈ, ਚਾਹੇ ਯੂਪੀ ਦਾ ਤਖਤਾ ਪਲਟਣ ਦੀ ਗੱਲ ਹੋ ਰਹੀ ਹੈ, ਤਾਂ ਉਹ ਵੀ ਸਿਆਸਤ ਤੋਂ ਪਰੇ ਤਾਂ ਕੁਝ ਵੀ ਨਹੀਂ ਹੋ ਰਿਹਾ ਇੱਥੇ ਇਹ ਅੰਦੋਲਨ 'ਚ ਜੀ। ਨਹੀਂ, ਮੈਨੂੰ ਇਹਦੇ ਬਾਰੇ ਗਿਆਨ ਨਹੀਂ। ਮੈਂ ਦੇਖੋ ਮੈਂ ਤਾਂ ਆਪਣੇ ਘਰੋਂ ਜਦੋਂ ਵੀ ਤੁਰਦਾ
ਮੈਂ ਤਾਂ ਸਮਰਪਿਤ ਹਾਂ ਇਹਦੇ ਨਾਲ। ਮੇਰੇ ਨਿੱਜੀ ਦੋਸਤ ਵੀ ਬਹੁਤ ਹੋਣਗੇ ਜਿਹੜੇ ਸਿਆਸਤ 'ਚ ਹੈ। ਹੋ ਸਕਦਾ ਮੈਂ ਪਿਛਲੇ ਦਹਾਕੇ ਦੌਰਾਨ ਉਹਨਾਂ ਦੀ ਮਦਦ ਲਈ ਵੀ ਗਿਆ ਹੋਊਗਾ, ਉਦੋਂ ਇਸ ਤਰ੍ਹਾਂ ਦੀ ਅਵਸਥਾ ਨਹੀਂ ਸੀ। ਪਰ ਅੱਜ ਮੈਂ ਜਿਸ ਜਗ੍ਹਾ ਖੜਾ ਹਾਂ ਤਾਂ ਮੈਂ ਆਪਣੇ ਨਿੱਜੀ ਦੋਸਤਾਂ ਨੂੰ ਚਾਹ ਦਾ ਕੱਪ ਜ਼ਰੂਰ ਪੀ ਲੂੰਗਾ। ਪਰ ਮੈਂ ਜਦ ਤੱਕ ਇਹ ਅੰਦੋਲਨ ਜਾਂ ਮੋਰਚਾ ਤੁਸੀਂ ਸਾਰੇ ਜਾਂ ਅਸੀਂ ਸਾਰੇ ਇਹ ਫੈਸਲਾ ਨਹੀਂ ਕਰ ਲੈਂਦੇ ਕਿ ਆਪਾਂ ਵੋਟ ਪਾਉਣੀ ਹੈ ਜਾਂ ਨਹੀਂ, ਮੈਂ ਸਭ ਤੋਂ ਬਾਅਦ ਪਾਊਂਗਾ। ਤਖਤਾ ਪਲਟਣ ਦੀ ਜਿਹੜੀ ਗੱਲ ਹੈ ਨਾ, ਉਹ ਤਾਲੁਕ ਹੈਗਾ ਅੰਦੋਲਨ ਨੂੰ ਜਿਤਾਉਣ ਦਾ। ਤਖਤਾ ਪਲਟ ਕਿਉਂਕਿ ਵੋਟ ਦੀ ਰਾਜਨੀਤੀ ਸਮਝਦੇ ਆ, ਸੋ ਇਹ ਇਸ ਲਈ ਡਰਾਵਾ ਹੈ ਕਿ ਤਖਤਾ ਪਲਟਿਆ ਜਾਓ, ਤੁਸੀਂ ਅੰਦੋਲਨ ਦੀ ਗੱਲ ਸੁਣੋ। ਪਰ ਜਦੋਂ ਤੁਸੀਂ ਆਪ ਤਖਤ ਤੇ ਬੈਠਣ ਦੀ ਗੱਲ ਆਉਂਦੀ ਹੈ, ਉੱਥੇ ਨਿੱਜ ਆ ਜਾਂਦਾ ਹੈ। ਜਦੋਂ ਅਸੀਂ ਅੰਦੋਲਨ ਨੂੰ ਛੱਡ ਕੇ ਟੋਟਲੀ ਨਿੱਜ ਦੀ ਗੱਲ ਕਰਾਂਗੇ, ਉਹ ਕੋਈ ਅੱਛੀ ਗੱਲ ਨਹੀਂ ਹੋਊਗੀ। ਦੇਖੋ, ਸਰਕਾਰਾਂ ਵੀ ਬਦਲਣੀਆਂ ਚਾਹੀਦੀਆਂ ਨੇ, ਸੁਹਿਰਦ ਬੰਦਿਆਂ ਨੂੰ ਸਰਕਾਰ ਵੀ ਬਣਾਉਣੀ ਚਾਹੀਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਬਟ ਹਰ ਚੀਜ਼ ਇੱਕ ਕਰਮ ਨਾਲ ਹੁੰਦੀ ਹੈ, ਐ ਨਹੀਂ ਹੁੰਦਾ ਕਿ ਸਾਰਾ ਕੁਝ ਇਕੱਠਾ ਹੋ ਜਾਏ। ਪਹਿਲਾਂ ਇੱਥੇ ਬੈਠੇ ਆ, ਪਹਿਲਾਂ ਸਾਡਾ ਮਕਸਦ ਹੈ ਅੰਦੋਲਨ ਨੂੰ ਜਿੱਤਣਾ, ਉਸ ਤੋਂ ਬਾਅਦ ਇਹ ਚੀਜ਼ਾਂ ਵੀ ਹੋ ਜਾਣਗੀਆਂ, ਹਨਾ। ਹੁਣੇ ਇੱਕ ਪਾਸੇ ਖਿੱਲਰ ਜਾਗੇ, ਫਿਰ ਆਪਾਂ ਨਹੀਂ ਤਾਂ। ਤੁਸੀਂ ਦੇਖੋ, ਹੋ ਸਕਦਾ ਅੱਜ ਤੁਸੀਂ ਸਵਾਲ ਕਰਦੇ ਹੋ ਸਕਦਾ ਤੁਸੀਂ ਸਵਾਲ ਕਰਦੇ ਹੋ ਸਕਦਾ ਕੱਲ੍ਹ ਨੂੰ ਤੁਸੀਂ ਬਹੁਤ ਅੱਛੀ ਲੋਕਾਂ ਨੂੰ ਸੇਧ ਦੇ ਦਿਓ, ਹੋ ਸਕਦਾ ਤੁਸੀਂ ਕੱਲ੍ਹ ਨੂੰ MLA ਬਣ ਜਾਓ। ਔਰ ਪੱਤਰਕਾਰ ਜਿੰਨੇ ਭਾਈਚਾਰਾ ਜਾਂ ਕੋਈ ਡਾਕਟਰ ਹੈ ਜਾਂ ਵਕੀਲ ਹੈ, ਆਪਾਂ ਇਹ ਕਿਉਂ ਸੋਚਦੇ ਹਾਂ ਕਿ ਸਿਆਸਤ ਕੋਈ ਬਹੁਤ ਵੱਡੀ ਖੇਡ ਹੈ? ਇਹ ਜ਼ਰੂਰੀ ਨਹੀਂ ਕਿ ਪੈਸੇ ਨਾਲ ਜਿੱਤੀ ਜਾਂਦੀ ਹੈ। ਜੇ ਤੁਹਾਡੇ ਕੋਲ ਆਈਡੀਆ ਹੈ, ਦੇਖੋ ਇੱਕ ਛੋਟੀ ਜਿਹੀ ਕਮੇਟੀ ਅੱਜ ਪੂਰੇ ਦੁਨੀਆ ਨੂੰ ਚਲਾ ਰਹੀ ਹੈ ਨਾ। ਬੰਦ ਦਾ ਮਤਲਬ ਬੰਦ, ਖੋਲ ਦੋ ਫਲਾਈਟਾਂ ਤਾਂ ਖੁੱਲ ਗਈਆਂ। ਹਾਲ ਤਾਂ ਦੇਖੋ ਕੀ ਹੈ ਦੁਨੀਆ ਦਾ। ਸੋ ਇਹ ਆਪਾਂ ਸਾਰੇ ਆ, ਤੁਸੀਂ ਇਹ ਸਵਾਲ ਸਾਨੂੰ ਨਾ ਕਰੋ, ਆਪਾਂ ਗਏ ਉਹਦੇ 'ਚ। ਤੇ ਆ ਜੇ ਜਿੱਤ ਗਏ ਆਪਾਂ, ਇਹ ਜਿੱਤਦੇ ਆ ना, ये भी तय कर लांगे सारी इधर सत बना के। हेलो गुरुनाथ जी, एक सवाल है आपसे। बॉलीवुड में जितनी भी हम देख रहे हैं कलाकार हैं, वो लगभग सरकार की बोली बोल रहे हैं। ट्विटर पे भी हम देखते हैं कि वो लगातार किसान आंदोलन को उठा दो, कोरोना फैला रहे हैं। ये कंगना रनौत से लेकर और दूसरे जो कलाकार हैं, आप इधर आए हैं, आप लोगों को नहीं लगता कि आपको वहाँ पर एक हिसाब से कलाकार लोग भी में हाशिए पर धकेल दिया जाएगा, या फिर पंजाब के और कलाकार भी बैठे हैं कि जो आपकी इंडस्ट्री में जो पैसा लगता है वो कॉर्पोरेट का लगता है? परवाह नहीं कोई, और से अगली गल कर, परवाह ही नहीं। मैं हिंदी में जवाब देती हूँ। उसका एक बहुत सिंपल सा जवाब है, वो ये है कि आपका ज़मीर क्या कहता है। अल्टीमेटली वो बात है, अगर आपको हर चीज़ पर इस चीज़ का डर है कि हम ये करेंगे तो वो क्या करेंगे, हम ये करेंगे तो वो क्या करेंगे, तो शायद ज़िंदगी में आगे बढ़ना नामुमकिन है। जहाँ तक रही बॉलीवुड और क्रिकेट स्टार्स और बाकी उन स्टार्स की जिनका आपने जिक्र नहीं किया, मैं कर देती हूँ, वो ये है कि जब मेजॉरिटी ओपिनियन एक तरीके का होता है और वो मेजॉरिटी ओपिनियन जब हुकूमत की तरफ से उनके इशारों पर काम करने वाली मीडिया सेट करती है, तो सब चाहते हैं कि वो उस मेजॉरिटी ओपिनियन के हक में बात करें। और लोग डरते हैं, खासतौर पे पब्लिक फिगर्स जिनकी रोजी रोटी पब्लिक रिस्पॉन्स से लिंक होती है, जैसे कि एक्टर्स की बात करें तो लोग डरते हैं कि पब्लिक बैकलैश क्या होगा। और हमने देखा है पहले भी, जब बड़े बड़े अदाकारों ने पोजीशन ली है, किस तरीके से पॉलिटिकल बैकलैश उन पर हुआ है। और अब तो पॉलिटिकली नहीं बल्कि हुकूमत का बैकलैश होने का भी डर है। तो अल्टीमेटली ये एक इंडिविजुअल चॉइस है, ये आप इंडस्ट्री बेसिस पर आप चॉइस नहीं ले सकते कि भाई आप क्यों खड़ी हैं, दूसरे क्यों नहीं खड़े हैं। आप पत्रकार हैं, आप यहाँ खड़े हैं, बहुत से लोग नहीं खड़े हैं। आपका ज़मीर क्या कहता है, उनका ज़मीर क्या कहता है, यही फर्क है। सीपी जी, सीपी जी, पार्लीमेंट के रुदा फैसला लिया गया जत्थेबंदियां सिंगल ਤੁਸੀਂ ਵੀ ਨਾਲ ਜਾਓਗੇ ਜਾਂ ਜਾਣਾ ਚਾਹੁੰਦੇ ਹੋ, ਜਾਂ ਤੁਹਾਡੀ ਕੋਈ ਡਿਊਟੀ ਲਗਾਈ ਗਈ ਹੈ? ਹਾਲੇ ਤੱਕ ਤਾਂ ਕੋਈ ਡਿਊਟੀ ਨਹੀਂ ਲਗਾਈ ਗਈ ਜੀ, ਪਰ ਜੇ ਕੋਈ ਸਾਡੇ ਬਜ਼ੁਰਗਾਂ ਵੱਲੋਂ ਕੋਈ ਹੁਕਮ ਹੁੰਦਾ ਆ ਤੇ ਸਾਡੇ ਬਾਈ ਜੀ ਹੋਣੀ, ਅਨਤੋਜ ਬਾਈ ਜੀ ਹੋਣੀ, ਅਸੀਂ ਬੈਠ ਕੇ ਸਾਰੇ ਡਿਸਕਸ ਕਰਾਂਗੇ। ਜੇ ਉਹ 'ਚ ਜਾਣਾ ਪਊ ਤਾਂ ਚਲੇ ਜਾਵਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਜਿਹੜੇ ਬੰਦੇ ਜੇ ਸਾਡੇ ਉੱਥੇ ਸਾਡੇ ਭਰਾ ਜਾ ਰਹੇ ਨੇ, ਪਹਿਲੀ ਗੱਲ ਤਾਂ ਅਸੀਂ ਇੱਥੇ ਆਰਟਿਸਟ ਬਣ ਕੇ ਆਏ ਨਹੀਂ, ਅਸੀਂ ਵੀ ਉਹਨਾਂ ਵਰਗੇ ਹੀ ਹਾਂ। ਜੇ ਸਾਨੂੰ ਹੁਕਮ ਹੋਊਗਾ ਜਾਣਾ ਪਊਗਾ ਤਾਂ ਮੈਂ ਜਾਵਾਂਗਾ। ਇਹ ਵੱਡਾ ਫੈਸਲਾ ਹੈਗਾ, ਪਹਿਲਾਂ ਵੀ ਦਿੱਲੀ ਗਏ ਸੀ ਤਾਂ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ 26 ਜਨਵਰੀ ਜੀ। ਤੁਹਾਨੂੰ ਲੱਗਦਾ ਕਿ ਇਸ ਵਾਰ ਨਹੀਂ ਤੁਸੀਂ ਸਮਝੇ ਨਹੀਂ, ਇਹਦਾ ਜਵਾਬ ਦੇ ਜਥੇਬੰਦੀਆਂ ਹੋਣੀਆਂ। ਅਸੀਂ ਤਾਂ ਪਿੱਛੇ ਆ ਨਾ ਜੀ, ਜਿੱਦਣ ਅਸੀਂ ਯੂਨੀਅਨ ਬਣਾ ਕੇ ਅਨਾਉਂਸ ਕਰਾਂਗੇ ਫਿਰ ਸਾਨੂੰ ਪੁੱਛ ਅਸੀਂ ਇੱਕ ਜ਼ਰੀਆ, ਅਸੀਂ ਸਿਰਫ ਇੱਕ ਜ਼ਰੀਆ। ਦੇਖੋ, ਇਹਨਾਂ ਦੇ ਨਾਲ ਸਾਡਾ ਜੋ ਰਿਸ਼ਤਾ ਹੈ, ਅਸਲ 'ਚ ਮੈਂ ਕਹੂੰਗਾ ਕਿ
ਮਨੁੱਖ ਕਿਸਾਨ ਹੈ ਜਾਂ ਲੋਕ ਨੇ, ਉਹਨਾਂ ਦੀ ਜਿਹੜੀ ਮੈਂਟਲ ਫੈਸਿਲਿਟੀਜ਼ ਨੇ ਉਹਨਾਂ ਨੂੰ ਵਿਨ ਓਵਰ ਕਰਕੇ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਆਰਟਿਸਟਿਕ ਪੱਖ ਤੋਂ ਨਾਲ ਲੈ ਕੇ ਆਉਣ ਦਾ ਇਹਨਾਂ ਦਾ ਮੇਨ ਗੋਲ। ਹੁਣ ਇਹਨਾਂ ਨੂੰ ਅਸੀਂ ਕਿਸਾਨ ਯੂਨੀਅਨ ਦੀ ਤਰ੍ਹਾਂ ਹੀ ਉੱਦਾਂ ਹੀ ਨਾਲ ਘੜੀਸੀਏ, ਸਾਨੂੰ ਵੀ ਸ਼ੋਭਾ ਨਹੀਂ ਦਊ, ਬਟ ਐਜ਼ ਏ ਸਪੋਰਟਰ ਆਫ ਦਾ ਮੂਵਮੈਂਟ ਇਹਨਾਂ ਨੂੰ ਹੁਣ ਮੈਂ ਮੰਨ ਲਓ ਮੈਂ ਵੀ ਅੱਗੇ ਚੱਲਿਆ ਉੱਥੇ ਨੂੰ, ਜਿੱਦਣ ਸਾਡੇ ਸਾਰੇ ਕਿਸਾਨ ਬੰਦੇ ਫੜੇ ਗਏ ਉਦੋਂ ਆਰਟਿਸਟ ਵੀ ਜਾਣਗੇ, ਉਦੋਂ ਮਜ਼ਦੂਰ ਵੀ ਜਾਣਗੇ, ਉਦੋਂ ਔਰਤਾਂ ਵੀ ਜਾਣਗੀਆਂ, ਉਦੋਂ ਦਲਿਤ ਵੀ ਸਾਰੇ ਜਾਣਗੇ। ਬਟ ਜਦੋਂ ਤੱਕ ਲੜਨ ਵਾਲੀ ਜਿਹੜੀ ਮੇਨ ਫੋਰਸ ਅੱਗੇ ਹੈ ਉਦੋਂ ਤੱਕ ਇਹਨਾਂ ਦਾ ਸਪੋਰਟਿਵ ਰੋਲ ਹੀ ਬਹੁਤ ਕੰਪਲੀਮੈਂਟਰੀ ਰੋਲ ਅਦਾ ਕਰੂਗਾ। ਦੈਟ ਸ਼ੁਡ ਵੈਲਕਮ ਦੈਟ ਐਂਡ ਦੈਟ ਵਿਲ ਬੀ ਸੋ ਕੰਪਲੀਮੈਂਟਰੀ ਟੂ ਦ ਮੂਵਮੈਂਟ जिन्हें बहुत अच्छे रिजल्ट करने में आने वाले हैं। अभी तो आपसे एक सवाल है कि आर्टिस्ट का, कोई भी आर्टिस्ट हो, उसका इस आंदोलन से जुड़ना क्यों जरूरी है? आप लोगों को क्यों लगा कि इस आंदोलन से जुड़ा जाए? आर्टिस्ट जो होते हैं ना सर, एक मशहूर बात थी कि ऊपर जब डिपार्टमेंट बांटे जा रहे थे ना, बंदे नीचे आ रहे थे, तो कोई बोला मैंने डॉक्टर बनना है, बोले यार डॉक्टर बना दो, कोई बोला मैंने ये बनना है, हमारे जैसे कुछ बंदे थे बोले हमने सब कुछ बनना है, बोले यार इन्हें कलाकार बना के नीचे भेजो। तो हमारी जिम्मेदारी तो ज्यादा है, हम समाज को, आप किसको बात के लिए आज बैठे हैं यहाँ, इसलिए कि जो हो रहा है उसको रिएक्ट कर रहे हैं, तो कलाकार का भी तो पहला काम यही है। ਬੇਸਿਕਲੀ ਬ੍ਰਦਰ ਜਿਹੜੇ ਸਾਡੇ ਸ਼ੋਅ ਲੱਗਦੇ ਨੇ ਉਹ ਸਾਡੇ ਜੱਟ ਭਰਾ ਹੀ ਲਾਉਂਦੇ ਨੇ, ਉਹ ਜਿਹੜੇ ਪੈਸੇ ਆਉਂਦੇ ਆ ਸਾਡੇ ਸ਼ੋਅ ਲੱਗਦੇ ਨੇ, ਆਰਟਿਸਟ ਅਸੀਂ ਗਾਉਂਦੇ ਆ, ਅਸੀਂ ਸ਼ੋਅ ਲਾਉਂਦੇ ਆ, ਖੇਤੀ ਚੋਂ ਪੈਸੇ ਆਏ ਨੇ। ਜੇ ਸਾਡੇ ਮੂਵੀਆਂ ਦੇਖਣ ਵਾਸਤੇ ਜਿਹੜੀ ਕਮਿਊਨਿਟੀ ਜਾਂਦੀ ਆ ਜਿਹੜਾ ਪੰਜਾਬ ਦਾ, ਜੇ ਸਾਡਾ ਮਤਲਬ ਇਹ ਸਾਰਾ ਸਿਸਟਮ ਹੀ ਡੁੱਬ ਜੂਗਾ ਤੇ ਫਿਲਮਾਂ ਵੇਖਣ ਵਾਸਤੇ ਨਾਲੇ ਮਿੱਟੀ ਖੁਸ਼ ਹੋ ਕੇ ਜਾਊਗਾ ਨਾ, मिट्टी के लिए ਖੁਸ਼ ਹੋ ਕੇ ਜਾਊਗਾ, ਜਦੋਂ ਖੁਸ਼ ਹੀ ਨਹੀਂ ਦੇਖਣ ਕੀ ਜਾਊਗਾ, ਪੈਸੇ ਜਾਨੀ ਕੋਲ। मिट्टी के लिए जिम्मेदारी सबकी है, जमीन की और मिट्टी की और इंसानियत की बात है ना, तो उसकी जिम्मेदारी सारे शोबों की है, चाहे कलाकार हो, राइटर हो, डॉक्टर हो। आज आप देख नहीं रहे, ये डॉक्टर साहब बैठे हुए हैं कैलिफोर्निया से आए, इनका क्या लेना था, ओ आए भी कैलिफोर्निया से लेकिन लगे हुए हैं ना। तो उसी तरह से कलाकार भी यार इसी देश का हिस्सा है, बल्कि ये हमारे देश में कुछ हमने कर रखा है कि ये बंदा इस काम के लिए, ये इसके लिए, ये होता नहीं है। रोनाल्ड रीगन वहां पे राष्ट्रपति बनते हैं, कलाकार थे। ये चीजों पे हमें जाना पड़ेगा। ਮਾਨ ਸਾਹਿਬ, ਜਿਸ ਤਰ੍ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਸੀਗਾ ਕਿ ਬੀਜੇਪੀ ਦੇ ਆਗੂਆਂ ਨੂੰ ਘੇਰਿਆ ਜਾਵੇ ਜਾਂ ਫਿਰ ਪਿੰਡਾਂ ਦੇ ਵਿੱਚ ਘੇਰਿਆ ਜਾਵੇ, ਉੱਥੇ ਦੇਤਾ ਜਵਾਬ ਐਡਾ ਵਧੀਆ ਕਿ ਜਿਹੜੇ ਪੰਜਾਬ ਦੇ ਵਿੱਚ ਵੱਡੇ ਵੱਡੇ ਆਰਟਿਸਟ ਸੀਗੇ ਅੱਜ ਬੰਬੇ ਜਾ ਕੇ ਬੈਠੇ ਨੇ, ਤੁਸੀਂ ਪਹਿਲੇ ਦਿਨ ਤੋਂ ਜੁੜੇ ਹੋਏ ਹੋ, ਉਹਨਾਂ ਤੋਂ ਤੁਸੀਂ ਵੀ ਜਵਾਬ ਤਲਬ ਕਰੋਗੇ ਜਿਨ੍ਹਾਂ ਨੇ ਤੱਕ ਵੀ ਨਹੀਂ ਕੀਤਾ। ਹਾਂ ਨੇ ਗੁੱਡੀ ਦੋ ਪੰਜਾਬ ਦੇ ਵਿੱਚੋਂ ਵੀਰੇ ਗੱਲ ਮੈਂ ਇਹਦਾ ਮਨਦੀਪ ਨੇ ਵੀ ਇਹੀ ਸਵਾਲ ਪੁੱਛਿਆ ਸੀ, ਮੈਂ ਆਲਰੇਡੀ ਦਾ ਜਵਾਬ ਦੇ ਚੁੱਕੀ ਹਾਂ। ਇਹ ਜਿਵੇਂ ਇਹਨਾਂ ਨੇ ਵੀਰੇ ਨੇ ਪਹਿਲਾਂ ਵੀ ਕਿਹਾ, ਇਹ ਮਿੱਟੀ ਦਾ ਮਸਲਾ ਹੈ ਤੇ ਮਿੱਟੀ ਸਾਰਿਆਂ ਦੀ ਹੁੰਦੀ ਹੈ। ਇੱਕ ਦੋ, ਇਹ ਜ਼ਮੀਰ ਦਾ ਮਸਲਾ ਹੈ। ਹੁਣ ਜਿਹੜੇ ਆਰਟਿਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਉਹਨਾਂ ਦਾ ਨਾਮ ਲੈਣਾ ਚਾਹੁੰਦੀ, ਪਰ ਜਿਹੜੇ ਉਹ ਜਾ ਕੇ ਅੱਜ ਜਿੱਥੇ ਵੀ ਪਹੁੰਚੇ ਹੋਏ ਨੇ ਉਹ ਉਹਨਾਂ ਦੀ ਪਰਸਨਲ ਕਾਬਲੀਅਤ ਤੇ ਡਿਪੈਂਡ ਕਰਦਾ ਹੈ। ਅਸੀਂ ਉਹਨਾਂ ਨੂੰ ਮਜਬੂਰ ਕਰੀਏ ਕਿ ਤੁਸੀਂ ਆ ਕੇ ਸਾਡੇ ਹੱਕ 'ਚ ਬੋਲੋ, ਇਹ ਅਸੀਂ ਕਰ ਨਹੀਂ ਸਕਦੇ। ਇਹ ਉਹਨਾਂ ਦੀ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਹੈ। ਪੰਜਾਬ ਪੱਗਾਂ ਬੰਨ ਕੇ ਗਏ ਨੇ ਕਿ ਮੈਂ ਪੰਜਾਬ ਦਾ ਨਹੀਂ ਹੁਣ ਤੂੰ ਕੰਟਰੋਵਰਸੀ, ਸਾਨੂੰ ਉਹਨਾਂ ਦੀ ਲੋੜ ਵੀ ਨਹੀਂ ਹੈਗੀ ਵੀਰੇ, ਸਾਨੂੰ ਉਹਨਾਂ ਦੀ ਲੋੜ ਵੀ ਨਹੀਂ ਹੈਗੀ। ਪਰ ਇੰਪੋਰਟੈਂਟ ਗੱਲ ਇਹ ਹੈ, ਸੈੱਟ ਤੇ ਆਪਾਂ ਕੱਲੇ ਦੋਏ ਮਾਰਾਂਗੇ ਇੰਪੋਰਟੈਂਟ ਗੱਲ ਇਹ ਹੈ नहीं ਇਹਦੇ ਬਾਰੇ ਨਾ ਸਾਡਾ ਬਹੁਤ ਵੱਡਾ ਫਰਜ਼ ਬਣਦਾ ਹੈ ਦੋਨਾਂ ਦੇ ਪ੍ਰਤੀ, ਪਰ ਬਹੁਤ ਲੰਮੇ ਸਮੇਂ ਬਾਅਦ ਤੁਹਾਨੂੰ ਦੇਖਿਆ ਗਿਆ, ਅੱਜ ਤੁਹਾਨੂੰ ਦੇਖਿਆ ਗਿਆ ਤੇ ਅੱਜ ਹੀ ਬਹੁਤ ਜ਼ਿਆਦਾ ਇੱਥੇ ਜਨਤਾ ਦੇਖਣ ਨੂੰ ਮਿਲੀ ਹੈ। ਪਹਿਲਾਂ ਇੱਕ ਮਿੰਟ ਇੱਕ ਗੱਲ ਕਹਿ ਜਾ ਭੈਣ ਮੇਰੀ, ਆ ਛੋਟੀ ਕੋਈ ਮਸਲਾ ਨਹੀਂ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਨਾ, ਉਹਦੇ ਵਿੱਚ ਇੱਕ ਗੱਲ ਪਹਿਲਾਂ ਕਹੀ ਗਈ ਸੀ ਕਿ ਜਿਹੜੀ ਇਹਨਾਂ ਨੇ ਵੀ ਗੱਲ ਕੀਤੀ ਕਿ ਜ਼ਮੀਰ ਹਰਕਦੀ ਹੁੰਦੀ ਹੈ, ਮਿੱਟੀ ਹਰਕਦੀ ਹੁੰਦੀ ਹੈ, ਆਵਾਜ਼ ਕਿਹਨੂੰ ਕਿਹਨੂੰ ਸੁਣਾਈ ਦਿੰਦੀ ਹੈ, ਬਸ ਆਹੀ ਫਰਕ ਹੈ। ਸਾਡੀ ਆਤਮਾ ਨੇ ਉਹ ਆਵਾਜ਼ ਸੁਣ ਲਈ, ਅੱਜ ਤੁਸੀਂ ਸਾਹਮਣੇ ਬੈਠੇ ਆ। ਜਿਨ੍ਹਾਂ ਦੀ ਆਤਮਾ ਨੇ ਆਵਾਜ਼ ਨਹੀਂ ਸੁਣੀ ਉੱਥੇ ਬੈਠੇ। ਹੁਣ ਤੁਸੀਂ ਤੁਹਾਨੂੰ ਦੇਖਣ ਨੂੰ ਮਿਲਿਆ, ਤੁਸੀਂ ਅੱਜ ਆਏ ਤਾਂ ਯੂਥ ਵੀ ਤੁਹਾਡੇ ਨਾਲ, ਅਸੀਂ ਪਹਿਲਾਂ ਵੀ ਆਉਂਦੇ ਰਹੇ ਆ, ਤੁਹਾਡੇ ਸਾਹਮਣੇ ਇੰਨਾ ਨਹੀਂ ਆਏ। ਦੱਸਦਾ ਵੀ ਦੱਸਦਾ ਭੈਣੇ ਮੇਰੀ ਕੀ ਸੀ, ਜਦੋਂ ਆਪਾਂ ਖਟਕੜ ਸਾਰੇ ਇਕੱਠੇ ਹੋਏ ਸੀ, ਤੁਸੀਂ ਉੱਥੇ ਸੀ? ਨਹੀਂ, ਤੁਸੀਂ ਮਿਸ ਕਰ ਰਹੇ। ਅਸੀਂ ਅੰਦੋਲਨ 'ਚ 7 ਮਹੀਨਿਆਂ ਤੋਂ ਲਗਾਤਾਰ ਇੱਥੇ। ਨਹੀਂ ਤੁਸੀਂ ਸਮਝੋ, ਤਲਖ ਨਾ ਹੋ, ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਨਹੀਂ ਹੋ ਰਹੇ। ਮੇਰਾ ਜਵਾਬ ਤੁਸੀਂ ਬੰਗੇ ਆਏ ਸੀ, ਬੰਗੇ ਜਿੱਥੇ ਆਪਾਂ ਸਾਰੇ ਭਗਤ ਸਿੰਘ ਦੇ ਪਿੰਡ ਇਕੱਠੇ ਹੋਏ ਸੀ, ਸਾਰੇ ਪੰਥਕ, ਸਾਰੇ ਬੁੱਧੀਜੀਵ, ਸਾਰੇ ਕਿਸਾਨ ਯੂਨੀਅਨ, ਸਾਰੇ ਸਪੋਰਟਸਮੈਨ। ਉਹ ਪਹਿਲਾ ਇਕੱਠ ਸੀ ਜਿਹਦੇ 'ਚ ਸਾਰੇ ਆਏ ਸੀ। ਉੱਥੇ ਮੈਂ ਇਹ ਕਿਹਾ ਸੀ ਕਿ ਜ਼ਰੂਰੀ ਨਹੀਂ ਗਾਉਣ ਵਾਲਾ ਸਪੀਚ ਕਰਨਾ ਵੀ। ਦੇਖੋ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਤਾਂ ਬੇਸਿਕਲੀ ਕਿਸਾਨ ਆ ਨਾ, ਗਾਉਣ ਵਾਲੇ ਬਣ ਕੇ ਥੋੜੀ ਆਉਂਦੇ ਆ। ਚਲੋ ਸਾਡੀ ਖੁਸ਼ਕਿਸਮਤੀ ਸਾਨੂੰ ਪਿਆਰ ਮਿਲਦਾ। ਉੱਥੇ ਇਹੀ ਕਿਹਾ ਸੀ ਕਿ ਆਹ ਸਾਰੇ ਜਿਹੜੀਆਂ ਪੰਥਕ ਧਿਰਾਂ, ਕਿਸਾਨ, ਸਾਰੇ ਜਿਹੜਾ ਸਾਡੇ
ਛੋਟੇ ਛੋਟੀਆਂ ਗੱਲਾਂ ਦੇ ਵਿਵਾਦ ਹੁੰਦੇ ਆ, ਇਹ ਇਕੱਠੇ ਹੋ ਗਏ ਹੁਣ ਬੋਲਣਗੇ। ਇਹ ਮੈਂ ਆਉਂਦਾ ਰਿਹਾ, ਇਹ ਮੁੰਡੇ ਮੇਰੇ ਹਰਿਆਣੇ ਆ, ਸਾਡਾ ਪਿੱਛੇ ਪਿੰਡ ਹੈ, ਮੈਂ ਉੱਥੇ ਠਹਿਰਦਾ ਹੁੰਦਾ, ਆ ਨਾਲ ਹੀ ਹੈ। ਰਾਤ ਬਰਾਤੇ ਅਸੀਂ ਗੇੜਾ ਕੱਢ ਕੇ ਜਾਂਦੇ ਹਾਂ, ਪਰ ਸਟੇਜ ਤੇ ਮੈਂ ਆਪ ਹੀ ਕਿਹਾ ਸੀ ਕਿ ਮੈਂ ਕੁਝ ਵਕਤ ਨਹੀਂ ਜਾਣਾ। ਕੀ ਹੁੰਦਾ ਕਿ ਜਿਹੜੀ ਮਸ਼ਹੂਰੀ ਹੈ ਨਾ, ਇਹ ਕੰਡਾ ਵੀ ਹੈ। ਜਦੋਂ ਮੈਂ ਜੇ ਲੋੜ ਤੋਂ ਜ਼ਿਆਦਾ ਸਟੇਜਾਂ ਤੇ ਬੋਲਦਾ ਨਾ, ਤਾਂ ਫਿਰ ਮੁਖਾਲਫਤ ਸ਼ੁਰੂ ਹੋ ਜਾਂਦੀ। ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਜਾਂ ਕਿਸੇ ਕੰਟਰੋਵਰਸੀ ਜਾਵੇ, ਜਾਂ ਸਾਡੀ ਜਥੇਬੰਦੀ ਜਾਂ ਸਾਡੇ ਮੋਰਚੇ ਨੂੰ ਜਾਂ ਤੁਹਾਡੇ ਮੋਰਚੇ ਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਮਿਲੇ। ਇਹੀ ਮੇਰਾ ਮੰਤਵ ਸੀ। ਅੱਜ ਵੀ ਮੈਂ ਅਮਤੋਜ ਨੂੰ ਕਹਿੰਦਾ ਸੀ ਕਿ ਮੈਂ ਨਾਲ ਜਾਊਂਗਾ, ਵੀ ਆਪਾਂ ਸਟੇਜ ਤੇ ਮੈਂ ਥੱਲੇ ਬੈਠੂੰਗਾ। ਇਹ ਕਹਿੰਦਾ ਨਹੀਂ ਬੋਲਣਾ ਹੈ। ਚਲੋ ਮੈਂ ਭਵਿੱਖ 'ਚ ਵੀ ਆਊਂਗਾ ਇੱਥੇ। ਤੁਸੀਂ ਮੈਨੂੰ ਕੋਈ ਜਗ੍ਹਾ ਦੱਸੋ ਜਿੱਥੋਂ ਤੁਹਾਨੂੰ ਪਤਾ ਲੱਗੇ ਕਿ ਅਸੀਂ ਆ ਕੇ ਗਏ ਅੱਜ, ਫਿਰ ਮੈਂ ਆਉਂਦਾ ਰਹਿਣਾ। ਪਰ ਮੇਰੀ ਇਹ ਮੇਰੀ ਬੇਨਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਹੁਤਾ ਵਕਤ ਜਿਹੜੇ ਇਹ ਮੋਹਰੇ ਕਰੇ ਆ ਨਾ, ਅਸੀਂ ਆਪਣੇ ਇਹਨਾਂ ਨੂੰ ਬੋਲਣ ਦੀਏ। ਇਹਨਾਂ ਦਾ ਹੀ ਕੰਮ ਹੈ, ਇਹੀ ਸਵਾਲ ਜਵਾਬ ਕਰਨਗੇ। ਸੋ ਬਾਕੀ ਜਦੋਂ ਤੁਸੀਂ ਹੁਕਮ ਲਾਓਗੇ ਹਾਜ਼ਰ ਹਾਂ। ਜੇਕਰ ਅੰਦੋਲਨ ਜਿੱਤ ਗਿਆ ਤਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਜਿਹੜੇ ਹਜੇ ਤੱਕ ਹੱਲ ਨਹੀਂ ਹੋਏ, ਤੁਹਾਨੂੰ ਕੀ ਲੱਗਦਾ ਉਹ ਮੁੱਦੇ ਹੱਲ ਕਰਵਾਉਣ ਲਈ ਪੋਲੀਟੀਕਲ ਪਾਰਟੀ ਵੀ ਹੱਲ ਕਰ ਸਕਦੀ ਹੈ, ਇੱਕ ਪ੍ਰੈਸ਼ਰ ਬਿਲਡ ਹੋ ਸਕਦਾ, ਜਿਵੇਂ ਕਿ ਹੁਣ ਆਪਾਂ ਪ੍ਰੈਸ਼ਰ ਬਿਲਡ ਕਰਕੇ ਕੇਂਦਰ ਨੂੰ ਜਿਹੜਾ ਝੁਕਾਅ ਵੱਲ ਵਧ ਮੈਂ ਦੱਸਿਆ ਉਹ ਨੌਜਵਾਨ ਮੁੰਡੇ ਨੂੰ, ਸਭ ਦੇ ਜ਼ਿਹਨ 'ਚ ਸਵਾਲ ਹੈ, ਪਹਿਲਾਂ ਆਪਾਂ ਕੰਮ ਨਿਪਟਾ ਲਈਏ। ਜੇਕਰ ਨਹੀਂ ਕਹਿਣਾ ਆਪਾਂ ਨੇ ਕਿ ਜੇਕਰ ਅਸੀਂ ਅੰਦੋਲਨ, ਅਸੀਂ ਤਾਂ ਜਿੱਤਣਾ ਹੈ, ਗੱਲ ਖਤਮ ਹੈ। ਅਸੀਂ ਤਾਂ ਬੈਠੇ ਹਾਂ, 5 ਸਾਲ ਚੱਲ ਜੇ, 10 ਚੱਲ ਜੇ, ਕੋਈ ਨਹੀਂ, ਮਹਾਰਾਜ ਨੇ ਜੋ ਲਿਖਿਆ ਫਿਰ ਉਹ ਬੈਠੇ। ਹੁਣ ਸਾਡੇ ਜਿੰਦ ਮਾਲਕ ਦੇ ਹੁਕਮ ਬਿਨਾਂ ਪਤਾ ਨਹੀਂ ਹਿਲਦਾ, ਫਿਰ ਹੁਕਮ ਇੱਥੇ ਦਾ ਆਪਾਂ ਇਹਦਾ ਮਤਲਬ ਆਪਣੇ ਭਾਗਾਂ 'ਚ ਇੱਥੇ ਬੈਠਣਾ ਲਿਖਿਆ, ਫਿਰ ਐਂ ਬੈਠ ਲੈਂਦੇ। ਸ਼ਾਂਤੀ ਨਾਲ ਤਾਂ ਅੰਦੋਲਨ ਕਰਨ ਦੀ ਦੁਨੀਆ 'ਚ ਕਿਤੇ ਵੀ ਮਨਾਹੀ ਨਹੀਂ, ਫਿਰ ਆਪਾਂ ਕਰ ਰਹੇ ਹਾਂ ਸ਼ਾਂਤੀ ਨਾਲ। ਔਰ ਜਿਹੜਾ ਭਵਿੱਖ ਹੈ, ਸਿਆਸੀ ਭਵਿੱਖ ਤੈਅ ਕਰਨਾ ਨਾ, ਉਹ ਆਪਾਂ ਕਾਹਲ ਨਾ ਕਰੀਏ, ਜੇ ਬਹੁਤ ਵਕਤ ਹੈ। ਦੇਖੋ ਅਜੇ ਤੱਕ ਕਿਸੇ ਦੀ ਕਾਲ ਵੀ ਨਹੀਂ, ਕਿਸੇ ਦਾ ਸੁਨੇਹਾ ਵੀ ਨਹੀਂ। ਅਜੇ ਦੇਖੋ ਪਿੰਡਾਂ 'ਚ ਨੌਜਵਾਨ ਆਪ ਹੀ ਰਿਐਕਟ ਕਰਨ ਲੱਗ ਗਏ। ਜਿਹੜੇ ਸਵਾਲ ਤੇਰੇ ਯਾਰ ਮੇਰੇ ਜ਼ਿਹਨ 'ਚ ਨਾ, ਨੌਜਵਾਨ ਪੁੱਛਣ ਲੱਗ ਗਏ, ਰੋਕ ਕੇ ਗੱਡੀਆਂ ਰੋਕਦੇ ਆ, ਨੇਤਾਵਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕੀ ਕੀਤਾ। ਹੁਣ ਮਸਲਾ ਇਹ ਹੈ ਕਿ ਇਸ ਅੰਦੋਲਨ ਨੂੰ ਚਲਾਉਣ ਵਾਲੇ ਸਾਡੀਆਂ ਜਿਹੜੀਆਂ ਲੋਕਲ ਸਿਆਸੀ ਜਮਾਤਾਂ, ਉਹਨਾਂ ਬਾਰੇ ਕੀ ਖਿਆਲ ਰੱਖਦੇ ਆ, ਇਹ ਕਿਸ ਤਰ੍ਹਾਂ ਦੀ ਅੱਗੇ ਉਹਨਾਂ ਨਾਲ ਰਣਨੀਤੀ ਚਾਹੁੰਦੇ ਆ। ਇਹ ਜਿਹੜੇ ਸਾਡੇ ਚਿੰਤਕ ਹੈ ਜਾਂ ਜਿਹੜੇ ਸਾਡਾ ਪੜ੍ਹਿਆ ਲਿਖਿਆ ਵਰਗ ਹੈ, ਉਹਨਾਂ ਨੂੰ ਆਪਾਂ ਇਹ ਦਈਏ ਇਖਤਿਆਰ, ਉਹ ਸਵਾਲ ਬਣਾਉਣ, ਉਹ ਸਵਾਲਾਂ ਨੂੰ ਪ੍ਰਚਾਰਿਆ ਜਾਵੇ, ਫਿਰ ਉਹ ਹਰ ਬੰਦਾ ਸਵਾਲ ਪੁੱਛੇ। ਇਹ ਨਹੀਂ ਸਮਝਣਾ ਕਿ ਸਿੱਪੀ ਆ ਗਿਆ ਜਾਂ ਮੈਂ ਆ ਗਿਆ ਜਾਂ ਇਹ ਆਪਣਾ ਆ ਗਿਆ, ਜੱਸ ਆ ਗਿਆ ਜਾਂ ਅਮਿਤੋਜ ਆ ਗਿਆ, ਇਹ ਨਹੀਂ ਸੋਚਣਾ। ਤੁਸੀਂ ਵੀ ਤਾਂ ਉਹੀ ਚੀਜ਼ ਹੋ। ਜਦ ਤੁਸੀਂ ਆਪਣੇ ਪਿੰਡ ਦੇ ਬਾਹਰ ਖੜੇ ਹੋ, ਤੁਸੀਂ ਮਾਲਕ ਹੋ, ਤੁਹਾਡੇ ਕੋਲ ਸਵਾਲ ਹੈਗੇ ਆ, ਤੁਸੀਂ ਪੁੱਛ ਸਕਦੇ। ਇਹੀ ਤਾਂ ਕੰਮ ਕਰਨਾ। ਕਿਸਾਨ ਯੂਨੀਅਨ ਦਾ ਜਿਹੜਾ ਧਰਨਾ ਜਦੋਂ ਸ਼ੁਰੂ ਹੋਇਆ ਸੀ, ਉਦੋਂ ਆਪਾਂ ਸਾਰੇ ਜਣੇ ਥੋੜੇ ਜਿਹੇ ਸੀ, ਹੁਣ ਸਾਰੇ ਭਾਰਤ 'ਚ ਹੋ ਗਿਆ। ਐਸੇ ਤਰ੍ਹਾਂ ਜਦੋਂ ਤੁਸੀਂ ਸਵਾਲ ਪੁੱਛੋਗੇ, ਜ਼ਰੂਰੀ ਨਹੀਂ ਮੈਂ ਪੁੱਛਾਂ, ਤਾਂ ਤੁਹਾਨੂੰ ਦੇਖ ਕੇ 10 ਹੋਰ ਪੁੱਛਣਗੇ। ਸੋ ਇਹ ਆਪਾਂ ਕਾਲੀ ਨਾ ਕਰੀਏ। ਇਹ ਯੂਨੀਅਨ ਜਵਾਬ ਦੇਣਗੇ ਤਾਂ ਜਾਂ ਬੈਟਰ, ਮੈਨੂੰ ਲੱਗਦਾ ਅੱਛਾ ਜਵਾਬ ਦੇਣਗੇ। ਪਰਚੇ ਜਿਹੜੇ ਹੋਏ ਆਰਟਿਸਟ ਦੇ ਵੀ ਭਾਈ, ਇੱਕ ਮਿੰਟ ਪਹਿਲਾਂ ਓਏ ਘਬਰਾਉਂਦਾ ਨਹੀਂ, ਕੋਈ ਨਹੀਂ ਹੋ ਗਿਆ, ਇੱਕ ਹੋਰ ਕਰਾਉਣਾ, ਇੱਕ ਹੋਰ ਹੋ ਜਾਊਗਾ। ਦੇਖੋ ਇੱਕ ਗੱਲ ਤੁਸੀਂ ਸਮਝ ਲਓ ਚੰਗੀ ਤਰ੍ਹਾਂ ਕਿ ਪੰਜਾਬ ਦੇ ਅੰਦੋਲਨ ਦੇ ਵਿੱਚ ਬਹੁਤ ਸਾਰੇ ਸਾਡੇ ਆਰਟਿਸਟ ਭਰਾਵਾਂ ਨੇ ਯੋਗਦਾਨ ਪਾਇਆ, ਸਾਰਾ ਪੰਜਾਬ ਨਾਲ ਲੱਗ ਗਿਆ। ਜਿਸ ਦਿਨ 26 ਤਰੀਕ ਨੂੰ ਅਸੀਂ ਦਿੱਲੀ ਤੋਂ ਚੱਲੇ ਆ ਪੰਜਾਬ ਤੋਂ, ਮੈਂ ਦਾਅਵੇ ਨਾਲ ਕਹਿੰਦਾ ਜਿਹੜਾ ਸਾਡੇ ਹੱਕ 'ਚ ਬੰਬੇ 'ਚ ਬਾਲੀਵੁੱਡ 'ਚ ਬੈਠਾ ਆਵਾਜ਼ ਵੀ ਨਹੀਂ ਉਠਾਉਂਦਾ, ਉਹ ਵੀ ਸਾਡੇ ਨਾਲ ਉੱਥੋਂ ਚੱਲ ਪਿਆ ਸੀ ਪੰਜਾਬ 'ਚ, ਸਾਡੇ ਨਾਲ ਦਿੱਲੀ ਪਹੁੰਚ ਗਿਆ ਸੀ। ਲੰਡਨ 'ਚ ਬੈਠਾ, ਨਿਊਯਾਰਕ 'ਚ ਬੈਠਾ, ਕੋਈ ਮੈਕਸੀਕੋ 'ਚ ਬੈਠਾ, ਕਿਤੇ ਵੀ ਬੈਠੇ ਸੀ ਜਿਹੜੇ ਪੰਜਾਬੀ, ਦੇਵਰ ਵੀ 10। ਇਸ ਕਰਕੇ ਉਹਨਾਂ ਨੂੰ ਆਪਾਂ ਇਗਨੋਰ ਨਾ ਕਰੀਏ, ਆਪਾਂ ਨਿਗੇਟ ਨਾ ਕਰੀਏ। ਦ ਟਾਈਮ ਵਿਲ ਕਮ ਜਦੋਂ ਉਹਨਾਂ ਦੀ ਆਤਮਾ, ਉਹਨਾਂ ਦੀਆਂ ਕਲਮਾਂ, ਉਹਨਾਂ ਦਾ ਆਰਟ ਉਹ ਵੀ ਝੰਜੋੜਿਆ ਜਾਊਗਾ, ਐਂਡ ਵੀ ਵਿਲ ਵੇਟ ਫॉर दैट। ਜਸ ਤੁਹਾਡੇ ਕੋਲ ਸਵਾਲ ਹੈ, ਤੁਸੀਂ ਹੋਕਾ ਜਿਹੜਾ ਕਿ ਦੁਬਾਰਾ ਸ਼ੁਰੂ ਕੀਤਾ, ਹੋਕਾ ਪ੍ਰੋਗਰਾਮ ਸ਼ੁਰੂ ਕੀਤਾ, ਕੀ ਤੁਸੀਂ ਕੱਢਿਆ, ਕੀ ਮੰਨਦੇ ਹੋ ਪੰਜਾਬ ਜਿਹੜਾ ਮੋਹਰੀ ਰਿਹਾ ਇਸ ਸੰਘਰਸ਼ ਦੇ ਵਿੱਚ, ਪੰਜਾਬ ਜਿਹੜਾ 3 ਮਹੀਨੇ ਚੱਲਿਆ ਇੱਥੇ ਵੀ ਮੋਹਰੀ ਬਣ ਕੇ ਆਇਆ, ਉਹਨੂੰ ਦੁਬਾਰਾ ਹੋਕੇ ਦੀ ਲੋੜ ਕਿਉਂ ਪੈ ਗਈ? ਦੁਬਾਰਾ ਹੋਕੇ ਦੀ ਲੋੜ, ਦੇਖੋ ਪੰਜਾਬ ਦਾ ਜਿਹੜਾ ਯੂਥ ਹੈ, ਯੂਥ ਵੈਸੇ ਵੀ ਪੰਜਾਬ ਛੱਡੋ ਚਾਹੇ ਕਿਸੇ ਵੀ ਕੰਟਰੀ ਦਾ, ਥੋੜੀ ਜਿਹੀ ਉਹਦੀ ਜਿਹੜੀ ਵਿਚਾਰਧਾਰਾ ਹੁੰਦੀ ਹੈ ਉਹ ਸਿਆਣਿਆਂ ਨਾਲੋਂ ਥੋੜੀ ਜਿਹੀ ਅੱਡ ਹੁੰਦੀ ਹੈ। ਉਹ 'ਚ ਅਸੀਂ ਵੀ ਆ ਜਾਂਦੇ, ਸਾਨੂੰ ਥੋੜਾ ਜਿਹਾ ਐਂ ਹੁੰਦਾ ਕਿ ਕੰਮ ਤੱਤਾ ਰੱਖੀਏ, ਪਰ ਉਹ ਜਿਹੜਾ ਤੱਤਾ ਕੰਮ ਹੁੰਦਾ ਉਹਦਾ ਕੋਈ ਅੱਗੇ ਸਿੱਟਾ ਜ਼ਿਆਦਾ ਵਧੀਆ ਨਹੀਂ ਨਿਕਲਦਾ। ਉਹ ਇਹਨਾਂ ਕੋਲੇ ਉਹਨਾਂ ਦਾ ਤਜਰਬਾ ਹੈ, ਇੱਕ ਲੰਬਾ ਘੋੜ ਕਿਸਾਨੀ ਦਾ ਲੜ ਰਹੇ ਆ, ਬਹੁਤ ਚਿਰ ਤੋਂ ਇਹਨਾਂ ਨੂੰ ਦਾ ਪੇਚ ਪਤਾ ਹੈ। ਤਾਂ ਸਾਡਾ ਜਿਹੜਾ ਉਹ ਅਭਿਆਨ ਸੀ ਉਹ ਸਿਰਫ ਇਹ ਸੀਗਾ ਕਿ ਲਹਿਰ ਹੈ ਜਿਹੜੀ ਉਹ ਜਿਉਂਦੀ ਰਹੇ, ਸਰਗਰਮ ਰਹੇ। ਚਾਹੇ ਅਸੀਂ ਪਿੰਡਾਂ 'ਚ ਜਾ ਕੇ, ਮਕਸਦ ਤਾਂ ਸਭ ਦਾ ਇੱਕ ਸੀ, ਜੇ ਅਸੀਂ ਪਿੰਡਾਂ 'ਚ ਵੀ ਜਾਂਦੇ ਹਾਂ, ਹੁਣ ਵੀ ਜਾਂਦੇ ਹਾਂ, ਤਾਂ ਉੱਥੇ ਇਹੀ ਕਹਿੰਦੇ ਆ
ਕਿ ਜਾ ਕੇ ਆਪਾਂ ਚਲੋ ਦਿੱਲੀ ਨੂੰ ਚੱਲੀਏ, ਸਾਡੇ ਬਜ਼ੁਰਗ ਬੈਠੇ ਆ, ਕਿਸ ਤੋਂ 1 ਦਿਨ ਲੱਗਦਾ, ਕੋਈ ਦਿਨ ਦੀ ਦਿਨ ਲਾ ਕੇ ਮੁੜ ਸਕਦਾ, ਕਿਸ ਤੋਂ 2 ਦਿਨ ਲੱਗਦੇ ਆ। ਵੱਧ ਤੋਂ ਵੱਧ ਜਿਹੜੀ ਸ਼ਿਰਕਤ ਹੈ ਉਹ ਸਰਹੱਦਾਂ ਤੇ ਕੀਤੀ ਜਾਵੇ। ਉਹ ਬਿਆਨ ਅਸੀਂ ਆਪਣੇ ਵੱਲੋਂ ਨੌਜਵਾਨੀ ਲਈ ਚਲਾਇਆ ਸੀ ਕਿ ਬਹੁਤਾ ਚਿਰ ਜਿਵੇਂ ਪਿੱਛੇ ਕੋਵਿਡ ਰਿਹਾ, ਲੰਬਾ ਸਮਾਂ ਸੀਗਾ, 3-4 ਮਹੀਨੇ ਕੋਈ ਪ੍ਰੋਗਰਾਮ ਇਦਾਂ ਦਾ ਨਹੀਂ ਆਇਆ। ਉਹ ਇੱਕ ਵਿਚਾਰਧਾਰਾ ਜੀ ਪਿੰਡਾਂ 'ਚ ਉੱਠਣ ਲੱਗੀ ਸੀ ਵੀ ਪਤਾ ਨਹੀਂ ਧਰਨੇ ਦਾ ਕੀ ਬਣੂਗਾ, ਅੱਗੇ ਜਾ ਕੇ ਕੀ ਹੋਊਗਾ ਕੀ ਨਹੀਂ। ਸੋ ਸਾਨੂੰ ਲੱਗਿਆ ਕਿ ਜਾਣਾ ਚਾਹੀਦਾ। ਸਾਡਾ ਇੱਕ ਗੀਤ ਆਇਆ ਸੀ, ਅਸੀਂ ਉਹਦੇ ਹਿਸਾਬ ਨਾਲ ਉਹਦਾ ਨਾਂ ਰੱਖ ਕੇ ਪਿੰਡਾਂ 'ਚ ਜਾਣਾ ਸ਼ੁਰੂ ਕਰਤਾ। ਤਾਂ ਉਹਦੇ ਅਭਿਆਨ 'ਚ ਵੀ ਬਹੁਤ ਨੌਜਵਾਨ ਸਾਨੂੰ ਫੋਨ ਕਰਕੇ ਕਿ ਬਾਈ ਬੇਸ਼ੱਕ ਮੈਂ ਜੌਬ ਕਰਦਾ ਪਰ ਸੈਟਰਡੇ ਸੰਡੇ ਛੁੱਟੀ ਹੈ ਤਾਂ ਮੈਂ ਸ਼ਨੀਵਾਰ ਨੂੰ 1 ਦਿਨ ਲਾ ਕੇ ਆਇਆ, ਮੇਰੀ ਫੈਮਿਲੀ ਵੀ ਗਈ ਹੈ। ਪੂਰੇ ਪੰਜਾਬ ਸੀ ਕਿ ਜਦੋਂ ਤੁਸੀਂ ਜਾਓਗੇ ਸਾਨੂੰ ਫੋਨ ਕਰਨਾ ਹੈ। ਸੋ ਸਾਡੇ ਤੋਂ ਜਿੰਨਾ ਹੋ ਸਕਦਾ ਸੀ ਅਸੀਂ ਪਰਸਨਲ ਤੌਰ ਤੇ ਵੀ ਆਪਦਾ ਲੱਗੇ ਹੋਏ ਸੀ। ਮਾਨ ਸਾਹਿਬ ਤੋਂ ਸਵਾਲ ਹੈ ਜੀ। ਮਾਨ ਸਾਹਿਬ ਅੱਜ ਨਹੀਂ ਭਗਵਾਨ ਜੀ ਤੁਸੀਂ ਤਕਰੀਰਨ ਦੇ ਰਹੇ ਸੀਗੇ, ਅੱਜ ਉਹਦੇ ਵਿੱਚ ਕਿਹਾ ਕਿ ਸਾਨੂੰ ਕਿਸੇ ਮੀਡੀਆ ਦੀ ਲੋੜ ਨਹੀਂ, ਬੱਚੇ ਕੋਲ ਅੱਜ ਕੱਲ੍ਹ ਤੁਸੀਂ ਮੀਡੀਆ ਵਾਲੇ ਨਹੀਂ ਹੈ ਲੱਗਦਾ ਕੈਮਰਾ ਕਿਤੇ ਮੀਡੀਆ ਵਾਲਾ ਹੀ ਅਕਾਲ ਚੈਨਲ ਅਸਲ 'ਚ ਮੈਨੂੰ ਲੱਗਦਾ ਇਹੀ ਤਾਂ ਖੂਬੀ ਹੈ। ਮੈਂ ਸਵਾਲ ਪੂਰਾ ਕਰਨਾ ਕੋਈ ਹੈਗਾ ਵੀ ਨਹੀਂ, ਪਹਿਲੇ ਤਾਂ ਦੇ ਦਿਓ ਜਵਾਬ, ਅੱਗੇ ਫਿਰ ਪੁੱਛ ਲਓ। ਪੂਰਾ ਸਵਾਲ ਨਹੀਂ ਮੈਂ ਹੋਇਆ। ਸਵਾਲ ਅੱਛਾ ਅੱਧਾ ਨਹੀਂ ਹੈ ਵਿਚਰ ਆਏ ਨੇ ਨਾ ਗੱਲ ਤਮੰਨਾ ਵਿੱਚ ਗੱਲ ਇਹ ਸੀਗੀ ਕਿ ਤੁਸੀਂ ਇਹ ਕਿਹਾ ਕਿ ਮੀਡੀਆ ਦੀ ਸਾਨੂੰ ਲੋੜ ਨਹੀਂ, ਅੱਜ ਕੱਲ੍ਹ ਬੱਚੇ ਕੋਲ ਮੋਬਾਈਲ ਹੈਗਾ। 29 ਤਰੀਕ ਨੂੰ ਇੱਥੇ ਅਟੈਕ ਹੁੰਦਾ, 29 ਜਨਵਰੀ ਨੂੰ ਅਸੀਂ ਵਿੱਚ ਬੜੇ ਹੋਏ ਸੀਗੇ, ਮੈਨੂੰ ਵੀ ਧੱਕੇ ਵੱਜੇ ਹੀ ਨੇ ਉੱਥੇ। ਨਹੀਂ ਦੇਖੋ ਤੁਸੀਂ, ਮੈਂ ਪਹਿਲਾਂ ਗੱਲ ਕਲੀਅਰ ਕਰੀ ਸੀ ਕਿ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਮੀਡੀਆ ਬਣ ਕੇ ਰਹੇ ਹੋ। ਪੂਰਾ ਸਵਾਲ ਨਹੀਂ ਹੋਇਆ ਮੇਰਾ। ਨਹੀਂ ਤੁਸੀਂ ਇਹਦੇ ਚਾਹੁੰਦੇ ਨਹੀਂ ਮੀਡੀਆ, ਤੁਸੀਂ ਸਾਡੇ ਨਾਲ ਹੋ। ਮੀਡੀਆ ਤੋਂ ਭਾਵ ਉਹ ਜਿਹੜਾ ਐਨਕ ਵਾਲਾ ਮੁੰਡਾ ਇਹਦੇ ਨਾਲ ਜੁੜਿਆ ਜਿਹੜਾ ਹੱਥ ਜੇ ਮਾਰਦਾ ਹੁੰਦਾ ਗੋਦੀ। ਹਾਂ ਇਹ ਲਫ਼ਜ਼ ਜ਼ਰੂਰ ਵਰਤ ਲਿਆ ਕਰੋ। ਅਸਲ ਵਿੱਚ ਹੋਇਆ ਕੀ ਸੀਗਾ ਜੀ, ਮੇਰੇ ਉੱਤੇ ਇੱਥੇ ਦੇਖੋ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਜੀ, ਐਡਾ ਬੜਾ ਸ਼ਿਕਵਾ ਇਹ 1.5 ਲਾਈਨ ਦਾ। ਜੇ ਦੇਖੋ ਹੁਣ ਤੇ ਗੱਲ ਉੱਥੇ ਆ ਗਈ, ਜਦੋਂ ਤੁਸੀਂ ਇੰਨੀ ਕੁ ਗੱਲ ਦਾ ਐਡਾ ਬੜਾ ਸ਼ਿਕਵਾ, ਫਿਰ ਜਦੋਂ ਨੌਜਵਾਨਾਂ ਔਰ ਬਜ਼ੁਰਗਾਂ ਦੀ ਗੱਲ ਤੇ ਦੇਖੋ ਐਡਾ ਸ਼ਿਕਵਾ। ਨਹੀਂ ਤੁਸੀਂ ਮੈਨੂੰ ਮੇਰੀ ਨੇਚਰ ਹੋਰ ਹੈ। ਦੇਖੋ ਮੈਂ ਤੁਹਾਨੂੰ ਮੈਂ ਨਹੀਂ ਮੰਨਦਾ ਤੁਸੀਂ ਉਸ ਤਰ੍ਹਾਂ ਦੇ ਵੀਡੀਓ, ਮੈਨੂੰ ਲੱਗਦਾ ਤੁਸੀਂ ਤਾਂ ਸਾਡੇ ਹੋਈ ਹੈ। ਨਹੀਂ ਮੇਰੇ ਗੱਲ ਆਹ ਤਾਂ ਇੱਕ ਮੇਰੇ ਪਿੰਡਾਂ ਦੇ ਅਮਰਾਲੀ ਦਾ, ਮੈਂ ਇਹਦੇ ਨਾਲ ਅਕਸਰ ਗੱਲਾਂ ਕਰਦਾ ਛੇੜਦਾ ਰਹਿਣਾ। ਮੈਨੂੰ ਲੱਗਦਾ ਕਿ ਮੈਂ ਤੁਹਾਨੂੰ, ਤੁਸੀਂ ਤਾਂ ਅੰਦੋਲਨ ਦਾ ਪਾਰਟ ਨਾ ਯਾਰ। ਮੈਂ ਤੁਹਾਨੂੰ ਵੱਡਾ ਭਰਾ ਬਣ ਕੇ ਹੀ ਇਹ ਗੱਲ ਕਲੀਅਰ ਕਰ ਰਿਹਾ। ਅਸਲ ਵਿੱਚ ਹੋਇਆ ਕੀ ਸੀਗਾ ਜੀ, ਮੇਰੇ ਉੱਤੇ ਅਟੈਕ ਵੀ ਹੋਇਆ ਇੱਥੇ ਹੈ ਨਾ, ਕਿਉਂਕਿ ਸਾਰੇ ਬੰਦੇ ਇੱਕ ਤਰੀਕੇ ਨਾਲ ਨਹੀਂ ਸੋਚਦੇ ਹੁੰਦੇ, ਸਾਰੀ ਵੀਡੀਓਜ਼ ਵੀ ਨਹੀਂ ਤੁਹਾਡੇ ਵੇਖਦੇ ਹੁੰਦੇ ਨਾ, ਸਪਸ਼ਟੀਕਰਨ ਵੀ ਨਹੀਂ ਹੁੰਦਾ। ਮੈਨੂੰ ਇੱਥੇ ਬੰਦੇ ਨੇ ਕਿਹਾ ਕਿ ਤੈਨੂੰ ਤਾਂ ਮੈਂ ਕਦੇ ਵੇਖਿਆ ਹੀ ਨਹੀਂ, ਜਦ ਕਿ ਮੈਂ ਔਰ ਭੈਣ ਜੀ ਸਾਡਾ ਚੈਨਲ ਹੈ ਜਿਹੜਾ ਮੈਂ ਪੱਕਾ ਹੀ ਮੋਰਚਾ ਲਾਇਆ ਸੀ, ਘਰ ਵੀ ਨਹੀਂ ਗਏ, ਰੋਜ਼ ਦੇਖਿਆ ਕਰੋ। ਕੀ ਨਾਮ ਹੈ? ਮਨਦੀਪ ਸਿੰਘ ਨਾਮ ਮੇਰਾ। ਅਕਾਲ ਚੈਨਲ। ਨਹੀਂ ਅਕਾਲ ਚੈਨਲ ਤਾਂ ਮੈਂ ਦੇਖਿਆ ਹੋਇਆ, ਮੈਂ ਸੁਣਿਆ ਤੁਹਾਡੇ ਦਾ। ਪੰਜਾਬ ਨਿਊਜ਼ ਦੀ ਸੀ ਮੈਂ ਹੁਣ ਤੇ ਮੈਂ ਇੱਕ ਮਿੰਟ ਭਾਜੀ ਅਜੇ ਫਿਨਿਸ਼ ਨਹੀਂ ਹੋਇਆ। ਤੇ ਉਸ ਦਿਨ ਜਦੋਂ ਅਟੈਕ ਹੁੰਦਾ ਹੈਗਾ, ਅਸੀਂ ਵਿੱਚ ਬੜੇ ਹੋਏ ਸੀਗੇ ਔਰ ਪਹਿਲੀ ਸਟੇਜ ਤੋਂ ਕਿਸਾਨ ਜਥੇਬੰਦੀਆਂ ਇਹ ਅਨਾਉਂਸਮੈਂਟ ਕਰਦੀਆਂ ਕਿ ਤੁਸੀਂ ਸੈਕਿੰਡ ਸਟੇਜ ਤੇ ਨਹੀਂ ਜਾਣਾ ਕਿਸੇ ਨੇ ਵੀ। ਇਹ ਤੁਸੀਂ ਦੇਖੋ ਵੀ ਉੱਥੇ ਇਹ ਵੀ ਕਿਸਾਨ ਜਥੇਬੰਦੀਆਂ ਇਹ ਅਨਾਉਂਸਮੈਂਟ ਕਰ ਦਿੰਦੀਆਂ, ਕਿਸਾਨ ਆਗੂ ਅਨਾਉਂਸਮੈਂਟ ਕਰ ਦਿੰਦੇ, ਅਸੀਂ ਵਿੱਚ ਬੜੇ ਹੋਏ ਸੀਗੇ। ਜੇ ਸੱਪ ਦੀ ਲਕੀਰ ਨੂੰ ਕੁੱਟੋਗੇ ਨਾ ਬੜੇ ਭਾਈ, ਕੁਝ ਨਹੀਂ ਬਣਨਾ। ਇਹ ਛੋਟਾ ਜਿਹਾ ਸ਼ਿਕਵਾ, ਤੂੰ ਮੇਰੇ ਨਾਲ 10 ਮਿੰਟ ਬੈਠ ਜੀ, ਭੰਗੜਾ ਪਾਉਂਦੇ ਆਏਗਾ ਅੰਦਰੋਂ। ਇਹ ਕੁਝ ਨਹੀਂ ਗੱਲ ਹੈ, ਬਹੁਤ ਛੋਟੀ ਜਿਹੀ ਗੱਲ ਹੈ। ਤੇਰੇ ਅੰਦਰ ਉਹੀ ਰੰਜ ਜਿਹਾ ਹੋ ਗਿਆ। ਨਹੀਂ ਰੰਜ ਨਹੀਂ ਹੋ ਗਿਆ। ਇਹ ਪਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਕਿ ਤੇਰਾ ਜਿਹੜਾ ਸਵਾਲ ਹੈ ਨਾ, ਤੂੰ ਹੱਸ ਕੇ ਪੁੱਛ ਰਿਹਾ, ਇਹ ਬੜੀ ਸਵਾਦ ਦੀ ਗੱਲ ਹੈ। ਜੀ ਜੀ ਮੈਂ ਜਸਵਾਜਾ ਜੀ ਨੂੰ ਮਿਲਦਾ ਚੰਡੀਗੜ੍ਹ ਵਿੱਚ, ਤੇ ਬਾਈ ਜੀ ਅਸਲ ਵਿੱਚ ਕੀ ਹੈ, ਥੋੜੀ ਫੈਨ ਫੋਲੋਇੰਗ ਬਹੁਤ ਹੈ ਨਾ। ਤੇ ਦੇਖੋ ਮੈਂ ਹਮੇਸ਼ਾ ਕਹਿੰਦਾ ਮੇਰੇ ਫੈਨ ਨਹੀਂ ਬਣਨਾ, ਮੇਰੇ ਗੀਤ ਨੂੰ ਮਨੋਰੰਜਨ ਲਈ ਸੁਣਨਾ, ਫੈਨ ਬਣਨਾ। ਦੇਖੋ ਮੈਂ ਕਿਹਨਾਂ ਦਾ ਫੈਨ ਹਾਂ, ਮੈਂ ਅਕਸਰ ਜਿਹੜੇ ਮੇਰੇ ਗੀਤਾਂ ਸਟੇਟਮੈਂਟ ਹੈ, ਮੈਂ ਗੀਤ ਉਹਦਾ ਨਹੀਂ ਗਾ। ਮੇਰੇ ਹੀਰੋ ਦਾ ਬਾਬਾ ਬੰਦਾ ਬਾਤ ਹੈ। ਮੈਨੂੰ ਲੱਗਦਾ ਦੁਨੀਆ ਦੇ ਸਭ ਤੋਂ ਵੱਡੇ ਹੀਰੋ ਉਹ ਹੈ। ਸੋ ਕਦੇ ਮੈਨੂੰ ਪਿਆਰ ਕਰਨ ਵਾਲਿਆਂ ਦਾ ਉਹਨਾਂ ਦਾ ਬੜਾਪਣਾ ਮੈਨੂੰ ਪਿਆਰ ਕਰਦਾ, ਪਰ ਮੈਂ ਕਦੇ ਵੀ ਇਹ ਸੋਚਿਆ ਨਹੀਂ ਕਿ ਮੈਂ ਕੋਈ ਮਸ਼ਹੂਰ ਹੈ ਜਾਂ ਕੋਈ। ਤੇ ਤੁਹਾਡਾ ਜਿਹੜਾ ਸ਼ਿਕਵਾ ਬਹੁਤ ਛੋਟਾ ਜਿਹਾ, ਕੋਈ ਨਹੀਂ, ਇਹਨੂੰ ਕੋਈ ਏਡੀ ਗੱਲ ਨਹੀਂ। ਤੇਰੀ ਸਮਾਈਲ ਦੱਸਦੀ ਹੈ ਵੀ ਤੇ ਉਹਦੇ ਤਰਾਰਾ ਜੀ ਲੈ ਰਿਹਾ, ਤੈਨੂੰ ਗੁੱਸਾ ਕਾਸਾ ਨਹੀਂ ਆਇਆ ਤੈਨੂੰ। ਪਤਾ ਕੀ ਹੈ, ਇੱਕ ਗੱਲ ਕਿਹੜੀ ਸਭ ਤੋਂ ਹੈਗੀ ਹੈ, ਤੁਸੀਂ ਅੱਜ ਸਾਰੇ ਆਏ ਹੋ, ਜੋ ਕੁਝ ਤੁਸੀਂ ਅੱਜ ਵੇਖਿਆ, ਇਹ ਚਰਚਾ ਇਹਨਾਂ ਨਾਲ ਪਹਿਲਾਂ ਕਿਤੇ ਵੇਖੀ ਸੀ? ਨਹੀਂ ਵੇਖੀ ਸੀ ਨਾ। ਅੱਜ ਚਰਚਾ ਹੋਈ ਹੈ ਨਾ। ਅੱਜ ਜੋ ਸਾਡੀ ਛੋਟੀ ਭੈਣ ਨੇ ਪੁੱਛਿਆ ਕਿ ਤੁਸੀਂ ਅੱਜ ਆਏ ਹੋ, ਜਾਂ ਤੁਸੀਂ ਪੁੱਛਿਆ ਅੱਜ ਹੋਕਾ ਅੱਜ ਕਿਉਂ, ਅਸੀਂ ਬਹੁਤ ਵਾਰੀ ਆਏ ਹਾਂ। ਅੱਜ ਜਦੋਂ ਗੱਲ ਇੱਥੋਂ ਤੱਕ ਪਹੁੰਚੀ ਹੈ, ਉਹ ਤਾਂ ਹੀ ਪਹੁੰਚੀ ਹੈ। ਇਹ ਵੀ ਸੋਚਦੇ ਸੀ, ਹੁਣ ਭੈਣ ਮੇਰੀ ਇਹ ਗੱਲ ਵੀ ਸੁਣ ਲਾ, ਤੂੰ ਕੁਐਸਚਨ ਪੁੱਛ ਕੇ ਉੱਧਰ ਲੱਗ ਗਈ। ਸੋ ਇਹ ਗੱਲ ਇੱਥੋਂ ਤੱਕ ਜੇ ਪਹੁੰਚੀ ਹੈ ਨਾ, ਇਸ ਲਈ ਪਹੁੰਚੀ ਹੈ ਕਿ ਅਸੀਂ ਆਉਂਦੇ ਵੀ ਰਹੇ ਹਾਂ, ਇਹਨਾਂ ਨਾਲ ਡਿਸਕਸ ਵੀ ਕਰਦੇ ਰਹੇ, ਔਰ ਤੁਹਾਡੇ ਕੰਸਰਨ ਜੋ ਸਾਡੇ ਤੱਕ ਕੀ ਹੁੰਦਾ ਨਾ, ਬਾਹਰ ਬਹਿ ਕੇ ਤੁਹਾਨੂੰ ਕੁਝ ਗੱਲਾਂ ਜ਼ਿਆਦਾ ਸਮਝ ਆਉਂਦੀਆਂ, ਅੰਦਰ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਚੱਲਦਾ। ਜਿਵੇਂ ਅਸੀਂ ਫਿਲਮ ਬਣਾਉਣੇ, ਸਾਨੂੰ ਉਹਨਾਂ ਪਤਾ ਨਹੀਂ ਜਿੰਨਾ ਤੁਹਾਨੂੰ ਪਤਾ ਲੱਗਦਾ।
ਉਸੇ ਤਰ੍ਹਾਂ ਸ਼ਾਇਦ ਇਹਨਾਂ ਨੂੰ ਉਹਨਾਂ ਪਤਾ ਨਹੀਂ ਹੋਊਗਾ ਜਿੰਨਾ ਸਾਨੂੰ ਲੱਗ ਰਿਹਾ ਸੀ। ਅਸੀਂ ਡਿਸਕਸ ਕੀਤਾ, ਅੱਜ ਤੁਸੀਂ ਬਹੁਤ ਸਾਰੀਆਂ ਗੱਲਾਂ ਨਵੀਆਂ ਵੇਖੀਆਂ ਹੋਣੀਆਂ, ਕਿਉਂ ਹੋਈਆਂ, ਕੀ ਰੀਜ਼ਨ ਆ। ਆਹੀ ਰੀਜ਼ਨ ਹੈ ਕਿ ਇਹਨਾਂ ਨਾਲ ਅੰਗੇਜ ਹੋਏ ਔਰ ਇਹਨਾਂ ਨੂੰ ਉਹ ਗੱਲਾਂ ਚੰਗੀਆਂ ਲੱਗੀਆਂ। ਜੇ ਤੁਹਾਡੇ ਵੀ ਮਸਲੇ ਨੇ ਤੁਸੀਂ ਵੀ ਸਾਂਝੇ ਕਰਿਓ ਜੀ, ਬੈਠੇ ਹੋ ਜੀ। ਪਰ ਗੱਲ ਕੀ ਹੈ ਬੇਟਾ, ਗੱਲ ਕੀ ਹੈ ਕਿ ਘਰ ਸਮਝ ਕੇ ਕਰਨਾ ਹੈ। ਇਤਰਾਜ਼ ਜਿਵੇਂ ਆ ਬੱਬੂ ਵਾਰ-ਵਾਰ ਕਿਉਂ ਕਹਿ ਰਿਹਾ, ਹਾਸੇ ਵਾਲੀ ਗੱਲ। ਹਾਸਾ ਘਰ 'ਚ ਹੁੰਦਾ ਹੈ, ਜਦੋਂ ਘੂਰ ਆਉਂਦੀ ਹੈ ਨਾ ਉਹ ਦੁਸ਼ਮਣੀ 'ਚ ਹੁੰਦੀ ਹੈ। ਤਾਂ ਘੂਰੂਗੇ ਤੁਸੀਂ ਤਾਂ ਫਿਰ ਅਗਲੇ ਵਾਲਾ ਘੱਟ ਢਿੱਲ ਕਰੂਗਾ ਅੱਗੋਂ। ਇੱਥੇ ਤਾਂ ਮੁੱਛ ਦਾ ਰੌਲਾ ਤਾਂ ਬਹੁਤ ਵੱਡਾ ਹੈ। ਸੋ ਗੱਲ ਘਰਦਿਆਂ ਵਾਂਗੂ ਕਰਨੀ ਹੈ। ਅਸੀਂ ਵੀ ਇਹਨਾਂ ਨਾਲ ਘਰਦਿਆਂ ਵਾਂਗੂ ਕੀਤੀ, ਇਹਨਾਂ ਨੇ ਸੁਣੀ। ਅੱਜ ਹੁਣੇ ਸਿੱਪੀ ਨੇ ਕਿਹਾ ਕਿ ਜੋ ਸਾਨੂੰ ਇਹ ਕਹਿਣਗੇ ਚੱਲਣਾ ਅਸੀਂ ਚੱਲਾਂਗੇ, ਨਹੀਂ ਚੱਲਣਾ ਅਸੀਂ ਨਹੀਂ ਜਾਵਾਂਗੇ। ਕਿਉਂ? ਅਸੀਂ ਵੀ ਕਹਿ ਸਕਦੇ ਹਾਂ ਚੱਲਦੇ ਹਾਂ, ਸਾਡਾ ਕੀ ਮਸਲਾ, ਇੱਥੇ ਕਰਦੇ ਹੀ ਰਹੇ ਹਾਂ ਇਹ ਕੰਮ ਪਹਿਲਾਂ। ਮਸਲਾ ਇਹ ਹੈ ਕਿ ਅਗਵਾਈ ਇਹਨਾਂ ਨੂੰ ਕਰਨ ਦੀਏ, ਡਿਸੀਜ਼ਨ ਇਹਨਾਂ ਨੂੰ ਲੈਣ ਦੀਏ, ਆਪਾਂ ਸਪੋਰਟ ਬਣੀਏ। ਤੁਸੀਂ ਸਾਰਾ ਮੀਡੀਆ ਵੀ ਜਿਵੇਂ ਬੱਬੂ ਨੂੰ ਕਿਹਾ ਆਪਾਂ ਇੱਕ ਹੈ, ਆਪਾਂ ਇਹਨਾਂ ਦੀ ਸਪੋਰਟ ਬਣਨਾ ਹੈ। ਬਟ ਹਾਂ ਸਾਨੂੰ ਕੋਈ ਗੱਲ ਗਲਤ ਲੱਗੇ, ਸਾਡਾ ਕੋਈ ਕੰਸਰਨ ਹੋਵੇ, ਅਸੀਂ ਇਹਨਾਂ ਨੂੰ ਦੱਸਾਂਗੇ ਵੀ ਔਰ ਇਹ ਸੁਣਨਗੇ ਵੀ ਔਰ ਹੋ ਸਕਦਾ ਮੰਨਣਗੇ ਵੀ, ਬਟ ਕਰਦੇ ਬਣ ਕੇ। ਦੈਟਸ ਦੀ ਮੇਨ ਪੁਆਇੰਟ, ਮੇਨ ਮੋਟਿਵ। ਇਸ ਚੀਜ਼ ਨੂੰ ਇੱਥੋਂ ਤੱਕ ਲਿਆਉਣ ਲਈ ਹਾਲੇ ਤੱਕ ਸਾਡਾ ਸਾਹਮਣੇ ਨਾ ਆਉਣ ਦਾ ਆਹੀ ਮਕਸਦ ਸੀ। ਪਹਿਲਾਂ ਅੰਦਰ ਖਾਤੇ ਗੱਲਾਂ ਚੱਲਦੀਆਂ ਰਹੀਆਂ। ਮੈਂ ਤੇ ਗੁੱਲ ਵੀ ਆਏ ਹਾਂ, ਬੱਬੂ ਹੋਰੀ ਵੀ ਆਏ, ਸਿੱਪੀ ਵੀ ਆਇਆ, ਜਸ ਵੀ ਆਇਆ, ਮਨਿੰਦਰ ਵੀ ਆਈ, ਸਾਰੇ ਆਏ ਆ। ਉਹਦਾ ਰੀਜ਼ਨ ਹੀ ਆ ਸੀ ਕਿ ਗੱਲ ਨੂੰ ਹੱਲ ਕਰਕੇ ਮਿਲ ਗਏ। ਇਹ ਨਹੀਂ ਕਿ ਹੱਲ ਕਰਾਂਗੇ, ਹੱਲ ਕਰਤਾ ਹੈ। ਔਰ ਤੁਸੀਂ ਸਾਰੇ ਸਾਡੇ ਚੋਂ, ਤੁਹਾਨੂੰ ਕੋਈ ਵੱਖਰਾ ਨਹੀਂ ਸਮਝ ਰਹੇ ਅਸੀਂ। ਇਹ ਜਿਹੜੀ ਵਾਰ-ਵਾਰ ਬੱਬੂ ਨੇ ਗੱਲ ਕੀਤੀ ਉਹ ਐਨਕਾਂ ਵਾਲੇ ਦੀ, ਮਸਲਾ ਉਹਨਾਂ ਦਾ। ਉਸ ਗੋਦੀ ਮੀਡੀਆ ਜਿਹਨੂੰ ਜੋ ਵੀ ਤੁਸੀਂ ਉਹਨੂੰ ਸ਼ਬਦ ਦੇਣਾ ਦੇ ਲਓ। ਬਟ ਮੈਂ ਇੱਕ ਫੇਰ ਕਹੂੰਗਾ, ਮੈਂ ਡਾਕਟਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਕਿਸੇ ਨੂੰ ਅਸੀਂ ਐ ਨਾ ਸਮਝੀਏ ਕਿ ਇਹਨੂੰ ਤਲਾਂਜਲੀ ਦੇਤੀ। ਡਾਕਟਰ ਸਾਹਿਬ ਨੇ ਵੀ ਹੁਣੇ ਬਹੁਤ ਸੋਹਣੀ ਗੱਲ ਕਹੀ ਕਿ ਅਸੀਂ ਹਰ ਇੱਕ ਨੂੰ ਕਹਾਂਗੇ ਕਿ ਆਓ ਸਾਡੇ ਨਾਲ ਲੌਜੀਕਲੀ ਡਿਸਕਸ਼ਨ ਕਰੋ, ਚਾਹੇ ਉਹ ਕੋਈ ਵੀ ਹੋਵੇ। रेहाना ਦੇ ट्वीट तो बाद बहुत सारे लोगों ने कहा कि इंटरनल मसला है, दिस इज आवर इंटरनल मैटर। तो इंटरनल मैटर वाले अब बैठे हुए हैं ना सड़क पे, व्हाई नॉट यू कम हियर एंड डिस्कस विद अस, सानू समझा दो या समझ जो। सो दिस इज द पॉइंट जो हम कहना भी चाहते हैं, जो आपके जरिए इनको समझा भी रहे हैं कि जा तो समझो या समझाओ, हम गलत कहाँ हैं बताओ ना आके। तो इनको भी रिक्वेस्ट की है, हम सब ने की है कि भाई जो सहमत नहीं भी है उन्हें भी बुलाइए। और एक याद रखिएगा, असहमतियों से जो सहमति बनती है ना वो जीत होती है। इस तो अलावा ते फोना दे प्लीज जरा चलते हुए प्रेस कॉन्फ्रेंस प्लीज फोन ना तो घंटी बजे ना तुसी ओदे विच बोलना शुरू करो। महाराज जी करो प्लीज। ओके जी बब्बू जी प्लीज कैन यू स्टार्ट। साथियों सारे मेरे वीरों सत श्री अकाल, वाहिगुरू जी का खालसा वाहिगुरू जी की फतेह। सवाल तो अपने थोड़े उही सवाल हैं, उही साडे जवाब हैं। आप सारे इस जी इस नामी छड़ी है इन्होंने दिल्ली वाले ने वो सारे लगे हुए हैं, अपने अपने तरीके सारे योगदान पा रहे हैं।